ਸਾਹਮਣੇ ਖਿਆਲ ਰੱਖਣਾ ਆ ਸੁਣਨ ਦੇ ਵਿੱਚੋਂ ਕਈ ਗੁਰਮੁਖ ਪਿਆਰਿਆਂ ਦੇ ਉੱਦਾਂ ਵੀ ਕੁਐਸਚਨ ਆਉਂਦੇ ਆ ਵੀ ਜਦੋਂ ਉਹ ਸਿਮਰਨ ਅਭਿਆਸ ਕਰਦੇ ਆ ਤੇ ਉਹਨਾਂ ਨੂੰ ਇਹ ਮਸਤਕ ਤੋਂ ਮੱਥੇ ਤੋਂ ਖਿੱਚ ਪੈਂਦੀ ਆ, ਤਾਲੂ ਤੋਂ ਖਿੱਚ ਪੈਂਦੀ ਆ। ਤੇ ਗੁਰਮੁਖ ਪਿਆਰਿਓ, ਜਦੋਂ ਆਪਾਂ ਸਿਮਰਨ ਅਭਿਆਸ ਕਰਨਾ ਆ, ਪਿਆਰ ਦੇ ਰਾਹੀਂ ਨੇਤਰ ਬੰਦ ਕਰਨੇ। ਨੇਤਰ ਬੰਦ ਕਰਦਿਆਂ ਹੋਇਆ ਸਭ ਤੋਂ ਪਹਿਲੀ ਵਿਧੀ ਸਾਨੂੰ ਮਹਾਰਾਜ ਨੇ ਇਹ ਗੁਰਬਾਣੀ ਦੇ ਵਿੱਚ ਭੇਜ ਦਿੱਤਾ ਹੋਇਆ ਆ ਕਿ ਤੁਸੀਂ ਅਕਾਲ ਪੁਰਖ ਪਰਮਾਤਮਾ ਜੀ ਨੂੰ ਪ੍ਰੇਮ ਦੇ ਰਾਹੀਂ, ਨਾ ਕਿ ਆਪਾਂ ਕਰਤੂਤ ਕਰਦਿਆਂ ਹੋਇਆਂ, ਸਿਆਣਪ ਕਰਦਿਆਂ ਹੋਇਆਂ ਜਾਂ ਕੋਈ ਵਿਧੀ ਨੂੰ ਲਾਉਂਦਿਆਂ ਹੋਇਆਂ, ਜਦੋਂ ਆਪਾਂ ਆਪ ਦਾ ਮਾਤੂ ਦੇ ਵਿੱਚ ਆਪ ਦੀ ਵਰਤਣੀ ਸ਼ੁਰੂ ਕਰ ਦਿੰਦੇ ਆ ਤੇ ਉਹ ਵਿਧੀ ਨਹੀਂ ਲੱਗਦੀ, ਉਹ ਸਾਡੀ ਹੀ ਕਿਤੇ ਨਾ ਕਿਤੇ ਮਨਮਤ ਹੋ ਜਾਂਦੀ ਆ। ਇਸ ਕਰਕੇ ਸਾਨੂੰ ਗੁਰਬਾਣੀ ਦੇ ਵਿੱਚ ਜਿਹੜਾ ਖੇਡ ਸਮਝਾਇਆ ਵੀ ਧੁਨ ਦੇ ਵਿੱਚ ਧਿਆਨ ਧਰਦਿਆਂ ਹੋਇਆਂ ਤੁਸੀਂ ਆਵਾਜ਼ ਮਾਰੋ, ਤੇ ਜਿਤਨੀ ਦੇਰ ਤੁਹਾਡਾ ਹਿਰਦਾ, ਤੁਹਾਡਾ ਮਨ, ਗੁਰਬਾਣੀ ਚ ਮਹਾਰਾਜ ਜਿਹੜੇ ਮਨ ਰਾਜੇ ਦੀ ਕਹਾਣੀ ਸਮਝਾ ਰਹੇ ਆ ਨਾ, ਤੇ ਜਿਤਨੀ ਦੇਰ ਮਨ ਰਾਜਾ ਹੀ ਹਾਜ਼ਰ ਨਹੀਂ ਹੁੰਦਾ ਮਾਲਿਕ ਨੂੰ ਆਵਾਜ਼ ਮਾਰਨ ਦੇ ਵਿੱਚੋਂ, ਉਤਨੀ ਦੇਰ ਭਾਵੇਂ ਕਿੰਨੀ ਦੇਰ ਵੀ ਵਾਹਿਗੁਰੂ ਗੁਰਮੰਤਰ ਰਸਨਾ ਤੋਂ ਚੱਲਦਾ ਰਹੇ, ਮਨ ਮਾਲਿਕ ਦੇ ਨੇੜੇ ਨਹੀਂ ਜਾ ਸਕਦਾ। ਇਸ ਕਰਕੇ ਜਦੋਂ ਆਪਾਂ ਸਿਮਰਨ ਅਭਿਆਸ ਕਰਦੇ ਆ ਤੇ ਜਿਹਦੇ ਹਿਰਦੇ ਦੇ ਵਿੱਚ ਚਾਉ ਹੈ, ਕੀ ਆ ਚਾਉ, ਗੁਰਬਾਣੀ ਵਿੱਚ ਕਹਿੰਦੇ ਜੋ ਤਉ ਪ੍ਰੇਮ ਖਿਲਣ ਕਾ ਚਾਉ, ਸਰਧਰ ਤਲੀ ਗਲੀ ਮੁਰੀਆਓ। ਅੱਗੋਂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਹੋਰ ਵੀ ਅੱਗੇ ਜ਼ਿਕਰ ਕੀਤਾ ਆ ਕਿ ਮਹਾਰਾਜ ਕਹਿੰਦੇ ਕਰ ਮਿੰਨਤ ਕਰ ਜੋਦੜੀ ਮੋਹਿ ਪ੍ਰਭ ਮਿਲਣ ਕਾ ਚਾਉ। ਚਾਉ ਦਾ ਜ਼ਿਕਰ ਕੀਤਾ ਵਾਰ-ਵਾਰ ਗੁਰਬਾਣੀ ਦੇ ਵਿੱਚ। ਤੇ ਜਿਹੜਾ ਚਾਉ ਹੈ, ਇਸ ਚਾਉ ਦੇ ਨਾਲ ਹੀ ਆਵਾਜ਼ ਲਾਈ ਜਾ ਸਕਦੀ ਆ, ਭਾਵੇਂ ਉਹ ਕੋਈ ਵੀ ਸੰਸਾਰ ਦੇ ਵਿੱਚ ਮਨ ਬੱਚਾ ਬੈਠਾ ਆ ਜਿਹੜਾ ਮਾਲਿਕ ਦੇ ਨਾਲ ਮਿਲਾਪ ਚਾਹੁੰਦਾ ਆ, ਤੇ ਜੇ ਹਿਰਦੇ 'ਚ ਚਾਅ ਨਹੀਂ ਮਿਲਾਪ ਦਾ, ਉਹਨੂੰ ਦੇਖਣ ਦਾ ਚਾਅ ਨਹੀਂ, ਉਹਨੂੰ ਸੁਣਨ ਦਾ ਚਾਅ ਨਹੀਂ, ਆਪਦੇ ਘਰ ਜਾਣ ਦਾ ਚਾਅ ਨਹੀਂ, ਸਿਰਫ ਇੰਨਾ ਕੁ ਹੈਗਾ ਆ ਵੀ ਚਲੋ ਇੰਨੀ ਕੁ ਦੇਰ ਵਾਹਿਗੁਰੂ ਵਾਹਿਗੁਰੂ ਕਰਕੇ ਦ੍ਰਿੜ ਕਰ ਲੈਂਦੇ ਆ, ਉਹਦੇ ਵਿੱਚ ਬਹੁਤ ਵੱਡਾ ਅੰਤਰ ਆ। ਜਿਹਦਾ ਮਿਲਾਪ ਨੂੰ ਚਿੱਤ ਕਰਦਾ ਆ, ਜਿਹਦਾ ਮਿਲਾਪ ਨੂੰ ਜੀ ਕਰਦਾ ਆ, ਜਦੋਂ ਉਹ ਆਵਾਜ਼ ਮਾਰੂਗਾ ਤੇ ਗੁਰਮੁਖ ਪਿਆਰਿਓ ਜੁਗਤੀ ਵਿਧੀ ਲੱਗੂਗੀ। ਜਿਹਦਾ ਹਿਰਦਾ ਹੀ ਨਹੀਂ ਮਿਲਾਪ ਦੇ ਲਈ, ਜਿਹਨੂੰ ਦੁੱਖ ਹੀ ਨਹੀਂ ਹੈ ਵਿਛੋੜੇ ਦਾ, ਜਿਹਨੂੰ ਵਿਰਾਗ ਹੀ ਨਹੀਂ ਆ, ਜਿਹਨੂੰ ਚਾਅ ਹੀ ਨਹੀਂ ਆ, ਜਿਹੜਾ ਕੇਵਲ ਜਿੱਦਾਂ ਅੱਜ ਤੱਕ ਪਾਠ ਕਰਦਾ ਰਿਹਾ ਜਾਂ ਅੱਗੇ ਹੋਰ ਕੀਰਤਨ ਸੁਣਦਾ ਰਿਹਾ ਜਾਂ ਹੋਰ ਕੁਛ ਕਰਦਾ ਰਿਹਾ, ਉਦਾਂ ਹੀ ਵਾਹਿਗੁਰੂ ਗੁਰਮੰਤਰ ਵੀ ਦ੍ਰਿੜ ਕਰਨ ਲੱਗਾ, ਜਿੱਦਾਂ ਦ੍ਰਿਸ਼ਟਵਾਨ ਕੰਮ ਕਰਦਾ ਰਿਹਾ ਉਦਾਂ ਹੀ ਕੁਛ ਕੁ ਸਮੇਂ ਇਸ ਪਾਸੇ ਲਾਣਾ ਸ਼ੁਰੂ ਕਰਤਾ, ਉਹ ਭਗਤੀ ਨਹੀਂ ਆ। ਉਹ ਭਗਤੀ ਨਹੀਂ ਆ, ਭਗਤੀ ਪ੍ਰੇਮ ਆ। ਉਹ ਕੀ ਆ? ਪ੍ਰੇਮ। ਸਮੇਂ ਤੋਂ ਪਰੇ ਦੀ ਚੀਜ਼ ਆ ਉਹ। ਭਾਵੇਂ ਕੋਈ ਵੀ ਆਪਾਂ ਕੰਮਕਾਜ ਕਰੀ ਜਾ ਰਹੇ ਆ, ਨਾਲ ਹਿਰਦਾ ਦੇ ਵਿੱਚ ਜੇ ਕਿਸੇ ਦੀ ਯਾਦ ਚੱਲ ਰਹੀ ਆ, ਚੇਤਾ ਚੱਲ ਰਿਹਾ ਆ, ਸਿਮਰਨ ਚੱਲ ਰਿਹਾ ਆ, ਸਿਮਰਨ ਯਾਦ ਚੇਤਾ ਇੱਕੋ ਹੀ ਚੀਜ਼ ਆ। ਕਿਸੇ ਦੇ ਪਾਸੇ ਵਾਰ-ਵਾਰ ਧਿਆਨ ਜਾ ਰਿਹਾ ਆ, ਉਹਨੂੰ ਚੇਤਾ ਕਹਿੰਦੇ ਆ। ਤੇ ਜੇ ਆਪਾਂ ਜਦੋਂ ਸਿਮਰਨ ਕਰਦੇ ਆ ਆਪਾਂ, ਤੇ ਜੇ ਹਿਰਦੇ ਦੇ ਵਿੱਚ ਚਾਅ ਹੈ ਤੇ ਇਹ ਧੁਨ ਦੇ ਵਿੱਚ ਧਿਆਨ ਵਾਲੀ ਵਿਧੀ ਲੱਗੂਗੀ। ਜੇ ਹਿਰਦੇ ਦੇ ਵਿੱਚ ਚਾਅ ਨਹੀਂ, ਇਹ ਵਿਧੀ ਨਹੀਂ ਲੱਗਦੀ। ਇਹ ਪ੍ਰੈਕਟੀਕਲ ਆ। ਵਿਧੀ ਤਾਂ ਹੀ ਲੱਗੂਗੀ ਜਦੋਂ ਮਨ ਚਾਹ ਰਿਹਾ ਆ ਮਿਲਾਪ, ਮਨ ਚਾਹ ਰਿਹਾ ਆ ਦਰ ਤੋਂ ਜਾ ਕੇ ਬੈਠਣਾ, ਮਨ ਚਾਹ ਰਿਹਾ ਆ ਮਾਲਿਕ ਨੂੰ ਦੇਖਣਾ, ਤਾਂ ਵਿਧੀ ਲੱਗੂਗੀ। ਜਿੰਨੀ ਦੇਰ ਮਨ ਹਾਜ਼ਰ ਨਹੀਂ ਹੁੰਦਾ ਧੁਨ ਦੇ ਵਿੱਚ, ਉਤਨੀ ਦੇਰ ਦਰ ਤੇ ਨਹੀਂ ਜਾ ਸਕਦਾ। ਇਸ ਕਰਕੇ ਜਦੋਂ ਆਪਾਂ ਇਹ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਦੇ ਆ, ਇਹ ਤਾਂ ਸਾਡੇ ਮਨ ਦਾ ਉਦਮ ਹੀ ਸਾਨੂੰ ਅੱਗੇ ਲੈ ਕੇ ਜਾ ਸਕਦਾ ਆ। ਜੇ ਮਨ 'ਚ ਹੈਗਾ ਆ, ਇਹ ਮਨ ਦੀ ਤਾਂ ਸਾਰੀ ਕਹਾਣੀ ਆ। ਜੇ ਮਨ ਰਾਜਾ ਹੀ ਦਰ ਤੇ ਨਹੀਂ ਜਾਣਾ ਚਾਹ ਰਿਹਾ,
ਮਾਲਿਕ ਨੂੰ ਦੇਖਣਾ ਨਹੀਂ ਚਾਹ ਰਿਹਾ, ਤੇ ਭਾਵੇਂ ਕਿੰਨਾ ਕੁ ਹੀ ਗਿਆਨ ਇਕੱਠਾ ਕਰੀ ਚਲੋ, ਜੁਗਤੀਆਂ ਨਹੀਂ ਲੱਗਣੀਆਂ। ਬਾਕੀ ਜਿਹੜਾ ਗਿਆਨ ਦੇ ਰਾਹੀਂ ਮਹਾਰਾਜ ਸਮਝਾ ਰਹੇ ਆ, ਉਹ ਖੇੜਾ ਸਮਝਾ ਰਹੇ ਆ ਵੀ ਜੇ ਮਿਲਾਪ ਦਾ ਚਾਅ ਹੈਗਾ ਆ, ਲੇਕਿਨ ਮਾਇਆ ਨਿਕਲਣ ਨਹੀਂ ਦੇ ਰਹੀ, ਕਾਲ ਨਿਕਲਣ ਨਹੀਂ ਦੇ ਰਿਹਾ, ਵਿਚਾਰ ਹੀ ਦੇਈ ਜਾ ਰਿਹਾ ਆ। ਤੇ ਕਹਿੰਦੇ ਤੂੰ ਪ੍ਰੇਮ ਦੇ ਰਾਹੀਂ ਨੇਤਰ ਬੰਦ ਕਰ, ਯਾਦ ਦੇ ਵਿੱਚ ਮਾਲਿਕ ਦੀ, ਜੇ ਤੈਨੂੰ ਯਾਦ ਆ ਰਹੀ ਹੈ ਤਾਂ। ਜੇ ਤੈਨੂੰ ਮਾਲਿਕ ਦੀ ਯਾਦ ਹੀ ਨਹੀਂ ਆ ਰਹੀ, ਫਿਰ ਤਾਂ ਤੂੰ ਭਾਵੇਂ ਨੇਤਰ ਬੰਦ ਕਰ, ਭਾਵੇਂ ਰਸਨਾ ਤੋਂ ਸੁਣ, ਭਾਵੇਂ ਨੇਤਰਾਂ ਤੋਂ ਦੇਖ, ਭਾਵੇਂ ਜੋ ਮਰਜ਼ੀ ਕਰ, ਜੇ ਤੈਨੂੰ ਹਿਰਦੇ ਤੋਂ ਯਾਦ ਨਹੀਂ ਆ ਰਹੀ ਤੇ ਉਹ ਸਿਮਰਨ ਪ੍ਰਵਾਨ ਨਹੀਂ ਹੈ, ਕਿਉਂਕਿ ਸਿਮਰਨ ਹੀ ਯਾਦ ਨੂੰ ਕਿਹਾ ਜਾਂਦਾ। ਬੋਲ ਲਈ ਜਾਣਾ ਨਿਰੰਤਰ ਵਾਹਿਗੁਰੂ ਵਾਹਿਗੁਰੂ ਬੋਲੀ ਜਾਣਾ ਸਿਮਰਨ ਨਹੀਂ ਹੈ। ਯਾਦ 'ਚ ਉਹਨੂੰ ਆਵਾਜ਼ ਲਾਣਾ। ਗੁਰਬਾਣੀ ਗੁਰੂ ਦੇ ਵਿੱਚ ਆਪਾਂ ਵਿਚਾਰੋ ਬੈਠ ਕੇ, ਸਾਰੇ ਭਗਤ ਸਹਿਬਾਨ ਮਾਲਿਕ ਦੀ ਯਾਦ ਦੇ ਵਿੱਚ ਉਹਨੂੰ ਧਿਆ ਰਹੇ ਆ, ਉਹਦਾ ਚੇਤਾ ਕਰ ਰਹੇ ਆ, ਉਹਨੂੰ ਮਿੰਨਤਾਂ ਜੋਦੜੀਆਂ ਕਰ ਕਰਕੇ ਪੈਰੀ ਪੈ ਪੈ ਕੇ ਮਨਾ ਰਹੇ ਆ, ਤੇ ਨਾਲੇ ਅਰਦਾਸਾਂ ਜੋਦੜੀਆਂ ਕਰੇ ਵੀ ਇੱਕ ਵਾਰ ਕਹਿੰਦੇ ਸਗਲ ਭਵਨ ਕੇ ਨਿਆਇਕਾ, ਇੱਕ ਪਲ ਇੱਕ ਛਿਨ ਦਰਸ ਦਿਖਾਏ ਜੀ, ਹਨਾ। ਬਾਰ ਬਾਰ ਅਰਦਾਸ ਬੇਨਤੀ, ਕਹਿੰਦੇ ਅਨੇਕ ਜਨਮ ਵਿਛੜੇ ਥੇ ਮਾਧੋ, ਬੇਨਤੀ ਕਰਨਾ ਹੈ ਇਹ ਜਨਮ तुम्हारे लेखे, है ना। अब की बार बख्श बंदे को, ਬੇਨਤੀ ਕਰਨਾ ਹੈ अब की बार। ਅਵਸਥਾ ਦੇ ਵਿੱਚ ਜਾਓ, ਉਸ ਅਵਸਥਾ ਨੂੰ ਦੇਖੋ ਜਿੱਥੇ ਬੈਠ ਕੇ ਹੱਥ ਜੋੜ ਕੇ ਪੈਰੀ ਪੈ ਪੈ ਕੇ ਵਿਰਾਗ ਦੇ ਵਿੱਚੋਂ ਮਾਲਿਕ ਨੂੰ ਚੇਤਾ ਕਰ ਰਹੇ, ਉਹਨੂੰ ਚੇਤ ਰਹੇ ਆ। ਕਹਿੰਦੇ ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਰ ਨਾ ਚਲ ਫੇਰਾ, ਕਹਿੰਦੇ ਵੀ ਅਬ ਕੀ ਵਾਰ ਬਖਸ਼ ਦੇ। ਨਾਲੇ ਕਿੰਨੀਆਂ ਕੁ ਮਿੰਨਤਾਂ ਜੋਦਣੀਆਂ ਕਰ ਰਹੇ, ਕਹਿੰਦੇ ਹੱਥ ਜੋੜ ਮਿੰਨਤਾਂ ਕਰੇ, ਹੱਥ ਜੋੜ ਮਿੰਨਤਾਂ ਕਰੇ। ਆਪਾਂ ਉਸ ਅਵਸਥਾ ਨੂੰ ਮਹਿਸੂਸ ਕਰੋ। ਦੇਖੋ ਕਿਹੜੀ ਅਵਸਥਾ ਦੇ ਵਿੱਚ ਬੈਠੇ ਹੋਏ ਭਗਤ ਸਹਿਬਾਨ ਜੀ ਕਹਿ ਰਹੇ ਵੀ ਹੱਥ ਜੋੜ ਮਿੰਨਤਾਂ ਕਰੇ, ਪੈਰੀ ਪੈ ਪੈ ਬਹੁਤ ਮਨਾਈ, ਵੀ ਬਹੁਤ ਮਨਾ ਰਿਹਾ ਆ, ਹੱਥ ਜੋੜ ਕੇ ਮਿੰਨਤਾਂ ਕਰ ਰਿਹਾ ਵੀ ਇਹ ਕਪਾਟ ਖੋਲ ਕੇ ਮੈਨੂੰ ਘਰ ਬੁਲਾ ਲੈ। ਤੇ ਮਹਾਰਾਜ ਖੇਡ ਸਮਝਾਣਾ ਗੁਰਬਾਣੀ ਦੇ ਵਿੱਚ, ਕਹਿੰਦੇ ਇਹ ਸਿਮਰਨ ਆ। ਜਦੋਂ ਮਿਲਣ ਨੂੰ ਚਿੱਤ ਕਰਨ ਲਗਾ ਤੇ ਨਾਲੇ ਮਨ ਆਵਾਜ਼ਾਂ ਮਾਰਨ ਲਗਾ, ਬਾਪ ਵੀ ਠੁਲਾ ਬਾਹਾਂ ਦੇ। ਇਹ ਅਵਸਥਾ ਆ, ਇਹ ਗਾਣ ਵਾਲੀ ਚੀਜ਼ ਨਹੀਂ ਹੈਗੀ, ਇਹ ਮਨ ਦੀ ਅਵਸਥਾ ਆ। ਜਦੋਂ ਮਨ ਨੂੰ ਮਾਲਿਕ ਦੀ ਚੇਤਾ ਆ ਗਿਆ, ਮਨ ਨੇ ਅਰਦਾਸ ਬੇਨਤੀ ਕੀਤੀ ਵੀ ਮੇਰੀ ਮਤ ਥੋੜੀ ਆ, ਤੂੰ ਮੇਰੇ ਤੇ ਕਿਰਪਾ ਕਰ, ਇਹ ਦਰ ਖੋਲ, ਇਹ ਦਰ ਖੋਲ। ਮੇਰੇ ਪਾਸ इतनी हिम्मत नहीं है कि मैं आप ਦਾ ਗਿਆਨ ਇਕੱਠਾ ਕਰਕੇ, ਨਾ ਮੇਰੇ ਕੋਲ ਇੰਨੀ ਹਿੰਮਤ ਹੈ ਕਿ ਮੈਂ ਗੁਰਮਤਿ ਦੇ ਰਾਹੀਂ ਚੱਲ ਸਕਾਂ, ਮੇਰੇ ਕੋਲ ਕੁਛ ਨਹੀਂ ਹੈ। ਤੇ ਨਾਲੇ ਮਹਾਰਾਜ ਕੀ ਕਹਿੰਦੇ ਵੀ ਨਿਮਾਣਾ ਹੋ ਜਾ, ਨਿਮਾਣਾ ਕੀ ਹੋ ਜਾ, ਨਿਮਾਣਾ। ਇਹ ਨਿਮਾਣਾ ਹੀ ਹੋ ਰਿਹਾ ਆ ਜਦੋਂ ਕਹਿ ਰਿਹਾ ਵੀ ਮੈਨੂੰ ਗਿਆਨ ਵੀ ਨਹੀਂ ਹੈਗਾ, ਮੈਂ ਪਾਪੀ ਵੀ ਬਹੁਤ ਆ, ਤੇ ਮੇਰੇ ਤੋਂ ਵਿਧੀਆਂ ਜੁਗਤੀਆਂ ਵੀ ਨਹੀਂ ਲੱਗਦੀਆਂ, ਮੈਂ ਤਾਂ ਹੱਥ ਜੋੜ ਕੇ ਤੇਰੇ ਚਰਨਾਂ ਦੇ ਵਿੱਚ ਅਰਦਾਸ ਜੋਦੜੀ ਕਰਿਆ। ਨਾਲੇ ਸ਼ੁਰੂ ਦੇ ਵਿੱਚ ਹੀ ਮਹਾਰਾਜ ਨੇ ਹੁਕਮ ਕਰਤਾ, ਕਹਿੰਦੇ ਕਰ ਮਿੰਨਤ ਕਰ ਜੋਦੜੀ, ਵੀ ਮਿੰਨਤਾਂ ਕਰ। ਉਹ ਤੂੰ ਇਤਨਾ ਗਿਆਨ ਇਕੱਠਾ ਕਰੀ ਜਾਣਾ ਆ, ਇਹ ਵਾਲੀ ਜੁਗਤੀ, ਫਿਰ ਉਹ ਵਾਲੀ ਜੁਗਤੀ, ਫਿਰ ਆਹ ਵਾਲੀ ਜੁਗਤੀ। ਮਹਾਰਾਜ ਕਹਿੰਦੇ ਜੁਗਤੀਆਂ ਤਾਂ ਲੱਗੇਗੀਆਂ ਜਦੋਂ ਤੈਨੂੰ ਮਿਲਾਪ ਦਾ ਚਾਹ ਹੋਊਗਾ। ਬਾਕੀ ਦਾ ਗਿਆਨ ਪਹਿਲੇ ਤੇ ਹੀ ਕਲਮ ਬੰਦਿਆ, ਫਿਰ ਫਰਕ ਤਾਂ ਕੋਈ ਨਾ ਹੋਇਆ। ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੁਗਤੀਆਂ ਤਾਂ ਪਹਿਲੇ ਤੇ ਅੱਜ ਤੋਂ ਕਿੰਨੇ 100 ਸਾਲ ਪਹਿਲੇ ਤੇ ਗੁਰੂ ਸਾਹਿਬ ਕਲਮ ਬੰਦ ਕਰਕੇ ਆਪਾਂ ਦੇ ਲਈ ਦੇ ਕੇ ਗਏ ਆ, ਤੇ ਅੱਜ ਵੀ ਆਪਾਂ ਨੂੰ ਉਹ ਗਿਆਨ ਦੇ ਰਹੇ ਆ। ਲੇਕਿਨ ਵਿਧੀਆਂ ਜੁਗਤੀਆਂ ਪਤਾ ਹੋਣਾ ਨਹੀਂ, ਵਿਧੀਆਂ ਜੁਗਤੀਆਂ ਦਾ ਲੱਗਣਾ ਬਹੁਤ ਵੱਡੀ ਗੱਲ ਆ, ਪਤਾ ਹੋਣਾ ਨਹੀਂ। ਇਹ ਗੁਰੂ ਸਾਹਿਬ ਤਾਂ ਸਾਨੂੰ ਕਿੰਨੇ ਟਾਈਮ ਤੋਂ ਦੱਸ ਹੀ ਰਹੇ ਆ, ਲੇਕਿਨ ਜੇ ਮਨ ਦੀ ਅਵਸਥਾ ਹੀ ਨਹੀਂ ਉਹ ਹੋ ਰਹੀ, ਮਨ ਉਸ ਅਵਸਥਾ ਜਾ ਹੀ ਨਹੀਂ ਰਿਹਾ, ਤੇ ਜੁਗਤੀਆਂ ਨਹੀਂ ਲੱਗ ਰਹੀਆਂ। ਜੇ ਜੁਗਤੀਆਂ ਨਹੀਂ ਲੱਗ ਰਹੀਆਂ ਤੇ ਪਤਾ ਹੋਣ ਦਾ ਵੀ ਕੋਈ ਫਾਇਦਾ ਨਹੀਂ ਹੋ ਰਿਹਾ। ਇਸ ਕਰਕੇ ਆਪਾਂ ਕੰਨ ਰਸ ਵਾਲਾ ਗਿਆਨ ਨਹੀਂ ਇਕੱਠਾ ਕਰਨਾ, ਆਪਾਂ ਮਾਲਿਕ ਨੂੰ ਪ੍ਰੇਮ ਕਰਨਾ ਆ। ਕੀ ਕਰਨਾ? ਪ੍ਰੇਮ। ਸਾਰੀ ਖੇਲ ਹੀ ਪ੍ਰੇਮ ਦੀ ਆ, ਸਾਰੀ ਕਹਾਣੀ ਪ੍ਰੇਮ ਦੀ ਆ। ਵੀ ਜਿੱਦਾਂ ਦੇ ਵੀ ਆਪਾਂ ਹੈਗੇ ਆ, ਬਸ ਆਪਾਂ ਮਾਲਿਕ ਦੇ ਚਰਨਾਂ ਦੇ ਵਿੱਚ ਨਿਮਾਣੇ ਹੋ।
ਤੇ ਨਾਲੇ ਉਹਨੂੰ ਫੇਰ ਆਵਾਜ਼ ਲਾਓ ਵੀ ਸੱਚੇ ਬਾਦਸ਼ਾਹ ਕਿਰਪਾ ਕਰੋ, ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਿਓ। ਇਹ ਅਵਸਥਾ ਆ ਮਨ ਦੀ। ਉਹ ਹੱਥ ਜੋੜ ਕੇ ਮਿੰਨਤਾਂ ਕਰ ਰਹੇ ਵੀ ਮੇਰਾ ਗੁਣ ਅਵਗੁਣ ਨਾ ਵਿਚਾਰ, ਮੇਰੇ ਤੇ ਕਿਰਪਾ ਕਰ। ਇਸ ਕਰਕੇ ਜਦੋਂ ਆਪਾਂ ਸਿਮਰਨ ਕਰਨ ਬੈਠਦੇ ਆ, ਇਹ ਆਪਾਂ ਲਗਾਤਾਰ ਵਾਹਿਗੁਰੂ ਕਰ ਨਹੀਂ ਪੈਂਦੇ। ਇਹ ਵਾਹਿਗੁਰੂ ਕਰ ਤੋਂ ਰਹੇ ਆ। ਮਿਲਣ ਨੂੰ ਚਿੱਤ ਕਰ ਰਿਹਾ ਆ, ਮਾਲਿਕ ਨੂੰ ਦੇਖਣ ਨੂੰ ਜੀ ਕਰ ਰਿਹਾ ਆ, ਘਰ ਜਾਣ ਨੂੰ ਜੀ ਕਰ ਰਿਹਾ ਆ। ਔਖੇ ਹੋ ਗਏ ਇਸ ਇਲਾਕੇ ਦੇ ਵਿੱਚ, ਨਹੀਂ ਆਣਾ ਚਾਹੁੰਦੇ ਇੱਧਰ। ਇਸ ਕਰਕੇ ਕਹਿ ਰਹੇ ਆ ਵਾਹਿਗੁਰੂ। ਇਸ ਕਰਕੇ ਕਹਿੰਦੇ ਦਰਵਾਜ਼ਾ ਖੋਲ ਮਾਲਿਕ। ਅਸੀਂ ਤਾਂ ਬਹੁਤ ਇਹ ਸੰਸਾਰ ਦੇ ਵਿੱਚ ਦੁੱਖ ਬਹੁਤ ਆ। ਕਹਿੰਦੇ ਮਨ ਪਰਦੇਸੀ ਜੇਥੇ ਐ ਸਭ ਦੇਸ ਪਰਾਇਆ। ਤੇ ਮਾਲਿਕ ਮੈਨੂੰ ਇੱਥੋਂ ਕੱਢ ਲੈ, ਮੈਨੂੰ ਕੁਛ ਵੀ ਤਾਂ ਨਹੀਂ ਚਾਹੀਦਾ, ਦਰ ਖੋਲ ਦੇ, ਹਨਾ। ਤੇ ਤਾਂ ਪ੍ਰੇਮ ਸਮਝਾ ਰਹੇ ਮਹਾਰਾਜ ਵੀ ਜੇ ਮਿਲਣ ਦਾ ਚਾਅ ਹੈਗਾ ਆ ਤੇ ਫੇਰ ਹੀ ਜਾ ਕੇ ਮਾਰਗ ਤੋਂ ਤੁਰਿਆ ਜਾਣਾ ਆ। ਜੇ ਮਿਲਣ ਦਾ ਚਾਅ ਹੀ ਨਹੀਂ ਆ, ਬਸ ਗਿਆਨ ਇਕੱਠਾ ਕਰਨ ਦਾ ਚਾਅ ਹੈ, ਤਾਂ ਮਹਾਰਾਜ ਜੀ ਨੇ ਗਿਆਨ ਲੈ ਕੇ ਤਰਲੋਕੀ ਦੇ ਵਿੱਚ ਹੀ ਇੱਥੇ ਘੁੰਮੀ ਜਾਈ, ਜਿੱਦਾਂ ਅੱਗੇ ਤੋਂ ਘੁੰਮੀ ਜਾ ਰਿਹਾ ਆ। ਖੇਲ ਤਾਂ ਮਹਾਰਾਜ ਪ੍ਰੇਮ ਦੀ ਸਮਝਾ ਰਹੇ ਆ, ਨਿਮਾਣੇ ਹੋਣ ਦੀ ਸਮਝਾ ਰਹੇ ਆ। ਇਹਨੂੰ ਹਉਮੈ ਹੋ ਗਈ, ਸਾਰੀ ਵਾਰ ਗੁਰਬਾਣੀ ਸਮਝਾ ਰਹੇ ਮਹਾਰਾਜ। ਹਉਮੈ ਹੋ ਗਈ ਇਹਨੂੰ, ਹਉਮੈ। ਹੁਣ ਹਉਮੈ ਕੱਟੀ ਨਹੀਂ ਜਾ ਰਹੀ। ਕਿਉਂ? ਕਿਉਂਕਿ ਨਿਮਾਣਾ ਨਹੀਂ ਹੋ ਰਿਹਾ, ਚੁੱਪ ਨਹੀਂ ਰਿਹਾ, ਔਰ ਇਕੱਠਾ ਕਰ ਰਿਹਾ ਆ, ਔਰ ਇਕੱਠਾ ਕਰ ਰਿਹਾ ਆ। ਬਹਿ ਨਹੀਂ ਰਿਹਾ, ਬਹਿ ਕੇ ਮਹਾਰਾਜ ਨੂੰ ਏਦਾਂ ਬਾਜਾ ਨਹੀਂ ਲਾ ਰਿਹਾ ਵੀ ਸੱਚੇ ਪਾਤਸ਼ਾਹ ਮੈਨੂੰ ਬਖਸ਼ ਦੇ, ਮੈਂ ਤਾਂ ਮਾਫੀਆਂ ਮੰਗਣਾ ਤੇਰੇ ਚਰਨਾਂ ਦੇ ਵਿੱਚ। ਫੇਰ ਜਦੋਂ ਏਦਾਂ ਸਿਮਰਨ ਕਰੂਗਾ, ਫੇਰ ਜੁਗਤੀਆਂ ਲੱਗੇਗੀ। ਕਿਉਂਕਿ ਮਾਲਿਕ ਦੀ ਤੇ ਮਨ ਬੱਚੇ ਦੀ ਜਿਹੜੀ ਦੂਰੀ ਆ, ਉਹ ਇਹਦੀ ਹਉਮੈ ਹੀ ਤਾਂ ਹੈ, ਉਹ ਇਹਦੇ ਵਿਚਾਰ ਹੀ ਤਾਂ ਹੈ। ਹੋਰ ਤਾਂ ਮਾਲਿਕ ਦੀ ਕੋਈ ਦੂਰੀ ਨਹੀਂ। ਮਾਲਿਕ ਤੇ ਮਨ ਇੱਕੋ ਹੀ ਹੈ, ਲੇਕਿਨ ਹਉਮੈ ਵਿੱਚ ਦੇ ਵਿੱਚ ਖੜ ਗਈ, ਕੂੜ ਦੀ ਪਾਲ ਬਣ ਗਈ, ਬਜਰ ਕਪਾਟ ਬਣ ਗਏ, ਦੂਰੀ ਪੈ ਗਈ। ਹੁਣ ਜਿਤਨੀ ਦੇਰ ਇਹਦੀ ਉਹ ਵਰਤੀ ਨਹੀਂ ਟੁੱਟਦੀ, ਹਉਮੈ ਨਹੀਂ ਟੁੱਟਦੀ, ਇਹ ਨਿਮਾਣਾ ਨਹੀਂ ਹੁੰਦਾ, ਉਤਨੀ ਦੇਰ ਮਾਲਿਕ ਦੇ ਮੋਰੇ ਨਹੀਂ ਜਾਣਾ। ਭਾਵੇਂ ਕਿੰਨਾ ਕੀ ਸਾਲੋਂ ਸਾਲ, ਹਜ਼ਾਰੋਂ ਸਾਲ ਲਗਾਤਾਰ ਇਹ ਏਦਾਂ ਆਪਦੀ ਸਿਆਣਪਾ ਕਰੀ ਚਲੇ। ਮਹਾਰਾਜ ਕਹਿੰਦੇ ਮਨ ਹਟ ਕੀਨਾ ਨਾ ਪਾਇਓ, ਕਰ ਉਪਾਵ ਥਕੇ ਸਭ ਕੋਈ। ਨਹੀਂ, ਇਹ ਤਾਂ ਪ੍ਰੇਮ ਦਾ ਤੇ ਨਿਮਾਣੇ ਹੋਣ ਦਾ ਮਾਰਗ ਆ। ਜਦੋਂ ਆਪਾਂ ਆਵਾਜ਼ ਲਾਉਂਦੇ ਆ ਵਾਹ ਗੁਰੂ, ਇਹ ਸਾਡਾ ਹਿਰਦੇ ਮਾਲਿਕ ਨੂੰ ਕਹੇ ਵੀ ਸੱਚੇ ਪਾਤਸ਼ਾਹ ਕਿਰਪਾ ਕਰ, ਮਹਾਰਾਜ ਕਿਰਪਾ ਕਰੋ, ਤਰਸ ਕਰੋ। ਅੱਗੇ ਜਾ ਕੇ ਮਹਾਰਾਜ ਕੀ ਕਹਿੰਦੇ ਗੁਰਬਾਣੀ ਦੇ ਵਿੱਚ? ਕਹਿੰਦੇ ਤਰਸ ਪਿਆ ਮਹਿ ਰਾਮਤ ਹੋਈ। ਸ਼ਬਦਾਂ ਨੂੰ ਫੜੋ ਆਪਾਂ, ਸਾਰੀ ਕਹਾਣੀ ਤਾਂ ਪ੍ਰੇਮ ਦੀ ਆ। ਸਤਿਗੁਰੂ ਸੱਜਣ ਮਿਲਿਆ, ਤਰਸ ਹੀ ਹੋਣਾ ਆ ਆਪਾਂ ਤੋਂ। ਤਰਸ ਪਿਆ ਮਹਿ ਰਾਮਤ ਹੋਈ, ਸਤਿਗੁਰੂ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵਹਿ ਰਿਹਾ। ਕਹਿੰਦੇ ਪ੍ਰੇਮ ਦੇ ਵਿੱਚੋਂ ਤਰਸ, ਜੇ ਉਹ ਅਕਾਲ ਪੁਰਖ ਤਰਸ ਕਰੇਂਗੇ, ਆਪਾਂ ਮਿੰਨਤਾਂ ਹੀ ਕਰਨੀਆਂ ਉਹਨੂੰ, ਮਿੰਨਤਾਂ। ਇਹ ਗਿਆਨ ਜਿਹੜਾ ਆਪਾਂ ਚੱਕੀ ਫਿਰ ਰਹੇ, ਇਹਨੂੰ, ਇਹ ਪੰਡ ਨੂੰ ਵੀ ਧਰ ਦੋ ਇੱਕ ਪਾਸੇ, ਝੁਕ ਕੇ ਉਹਨੂੰ ਬਾਰ ਆਪਾਂ ਬਣਾਓ, ਉਹਨੂੰ ਆਵਾਜ਼ ਮਾਰੋ। ਮੇਰੇ ਕੋਲ ਨਹੀਂ ਹੈਗਾ ਗਿਆਨ, ਵੀ ਨਹੀਂ ਮੇਰੇ ਕੋਲ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹਦੇ ਰਾਹੀਂ ਕਿ ਮੈਂ ਤੈਨੂੰ ਮਨਾ ਸਕਾਂ। ਨਾ, ਮੈਂ ਤਾਂ ਤੇਰੇ ਅੱਗੇ ਹੱਥ ਪੈਰ ਹੀ ਜੋੜਦਾ ਆ। ਇਹ ਆਪਾਂ ਕਰਨਾ ਭੁੱਲ ਗਏ। ਨਾਲੇ ਔਰ ਗਿਆਨ ਇਕੱਠਾ ਕਰੋ, ਔਰ ਪੜ੍ਹੋ, ਪੜ੍ਹੀ ਜਾਓ। ਸਾਲੋਂ ਸਾਲ ਕਿੰਨਾ ਟਾਈਮ ਲੰਘ ਗਿਆ। ਇਹ ਭੁੱਲ ਗਏ ਕਿ ਕਹਾਣੀ ਤਾਂ ਪ੍ਰੇਮ ਦੀ ਆ। ਬਸ ਬਹਿ ਕੇ ਉਹਨੂੰ ਪਿਆਰ ਦੇ ਵਿੱਚੋਂ ਬਹਿ ਕੇ ਉਹਨੂੰ ਆਵਾਜ਼ ਮਾਰ ਕੇ ਕਹੋ ਵੀ ਮੈਂ ਹਾਰ ਗਿਆ ਮਾਲਿਕ, ਮੈਥੋਂ ਨਹੀਂ ਆਇਆ ਜਾਣਾ, ਕਿਰਪਾ ਕਰ। ਇਹ ਕਲਮਬੰਦ ਆ ਗੁਰਬਾਣੀ ਦੇ ਵਿੱਚ। ਇਹਦਾ ਹਾਰ ਜਾਣਾ, ਇਹਦਾ ਰੁਕ ਜਾਣਾ, ਇਹਦਾ ਇੱਕ ਥਾਂ ਤੋਂ ਬਹਿ ਜਾਣਾ, ਇਹੀ 1430 ਅੰਗਾਂ ਦੇ ਵਿੱਚ ਇਹਨੂੰ ਮਨ ਰਾਜੇ ਨੂੰ ਵਾਰ-ਵਾਰ ਸਮਝਾਇਆ ਜਾ ਰਿਹਾ।
ਲੇਕਿਨ ਹੋਰ ਅੱਗੇ ਵਧੀ ਜਾ ਰਿਹਾ ਆ, ਹੋਰ ਅੱਗੇ ਵਧੀ ਜਾ ਰਿਹਾ, ਸਾਲੋਂ ਸਾਲ ਪਤਾ ਨਹੀਂ ਕਿੰਨੇ ਸਾਲ ਇਹਨੇ ਲੰਘਾ ਦੀਏ, ਬੈਠਣੇ ਦੀ ਬਜਾਏ ਹੋਰ ਅੱਗੇ ਨੂੰ ਸਫ਼ਰ ਕਰੀ ਜਾ ਰਿਹਾ ਆ। ਟਿਕ ਕੇ ਬਹਿ ਨਹੀਂ ਰਿਹਾ ਕਿ ਮੈਂ ਮਹਾਰਾਜ ਮੈਂ ਹਾਰ ਗਿਆ, ਕਾਲ ਦੇ ਮੋਰੇ ਨਹੀਂ, ਮੈਂ ਤੁਹਾਡੇ ਅੱਗੇ ਇਹ ਨਿਮਾਣਾ ਜਿਹਾ ਹੋ ਕਹਿੰਦੇ ਹਾਉ ਨਿਮਾੜੀ ਟੈਪ ਪੂਰੇ ਸਤਿਗੁਰ ਪਾਸ, ਕਹਿੰਦੇ ਮੈਂ ਨਿਮਾਣਾ ਹੋ ਕੇ ਤੁਹਾਡੇ ਚਰਨਾਂ ਦੇ ਵਿੱਚ ਤੁਹਾਨੂੰ ਦੰਡੌਤ ਪ੍ਰਣਾਮ ਕਰਦਾ ਆ। ਮੈਨੂੰ ਇੱਥੇ ਭਵਜਲ ਤੇ ਭਵਸਾਗਰ ਦੇ ਵਿੱਚ ਤੇ ਤਰਸ ਕਰਕੇ ਮੈਨੂੰ ਇੱਥੋਂ ਕੱਢ ਲਓ, ਮੈਥੋਂ ਆਇਆ ਨਹੀਂ ਜਾਂਦਾ, ਮੈਂ ਕਰਦਾ ਆ ਕੁਛ ਤੇ ਹੁੰਦਾ ਆ ਕੁਛ, ਮੈਂ ਵਿਧੀਆਂ ਲਾਨਾ ਮੈਥੋਂ ਲੱਗਦੀਆਂ ਨਹੀਂ। ਖੇਡ ਸਾਰੀ ਮਹਾਰਾਜ ਕਹਿੰਦੇ ਖੇਡ ਇਹਦੀ ਹਉਮੈ ਦੀ ਆ, ਇਹ ਹਉਮੈ ਇਹਦੀ ਵਿੱਚ ਖੜੀ ਆ। ਮਹਾਰਾਜ ਤਾਂ ਗੁਰਬਾਣੀ ਚ ਇਹ ਵੀ ਸਮਝਾ ਰਹੇ ਕਹਿੰਦੇ ਘਟ ਘਟ ਕੇ ਪਟ ਪਟ ਕੀ ਜਾਣੇ, ਉਹ ਸਾਡੀ ਜਾਣਦਾ ਆ ਕਿ ਅਸੀਂ ਕਰ ਕੀ ਰਹੇ ਆ, ਉਹਨੂੰ ਪਤਾ ਆ ਸਾਡੇ ਵਿਚਰਨ ਦਾ ਤਰੀਕਾ ਕੀ ਆ, ਸਾਡੇ ਵਿਚਾਰ ਕੀ ਆ, ਉਹਨੂੰ ਸਭ ਪਤਾ ਆ। ਉਹਨੂੰ ਇਤਨਾ ਹੀ ਨਹੀਂ ਪਤਾ ਕਿ 1 ਘੰਟਾ ਵਾਹਿਗੁਰੂ ਵਾਹਿਗੁਰੂ ਕਰਦਾ ਆ, ਬਸ ਉਤਨਾ ਹੀ ਨਹੀਂ ਪਤਾ ਉਹਨੂੰ ਬਾਕੀ ਹਰ ਟਾਈਮ ਦਾ ਖਬਰ ਆ ਉਹਨੂੰ, ਕਿਉਂਕਿ ਉਹ ਤਾਂ ਅੰਗ ਸੰਗ ਹੈ ਨਾ, ਉਹਨੂੰ ਤਾਂ ਸਭ ਪਤਾ ਆ। ਅਸੀਂ ਸੋਚਦੇ ਵੀ 1 ਘੰਟੇ ਦੀ ਖਬਰ ਆ ਮਾਲਿਕ ਨੂੰ, ਬਾਕੀ ਟਾਈਮ ਦੀ ਖਬਰ ਨਹੀਂ। ਮਨ ਏਦਾਂ ਦਾ ਹੋ ਗਿਆ, ਇਹਨੂੰ ਇਤਨਾ ਨਾਦਾਨ ਏਦਾਂ ਦਾ ਬਣ ਗਿਆ, ਇਹਨੂੰ ਇਹ ਨਹੀਂ ਪਤਾ ਅਕਾਲ ਪੁਰਖ ਕੀ ਆ, ਮਾਲਿਕ ਕੀ ਆ। ਮਾਲਿਕ ਨੂੰ ਤਾਂ ਸਾਰਾ ਕੁਝ ਪਤਾ ਹੈ। ਇਸ ਕਰਕੇ ਜਦੋਂ ਆਪਾਂ ਸਿਮਰਨ ਕਰਦੇ ਆ, ਆਪਣੇ ਕੋਲ ਮਿਲਾਪ ਵਾਸਤੇ ਸਿਰਫ ਸਭ ਤੋਂ ਪਹਿਲੀ ਜਿਹੜੀ ਵਿਧੀ ਆ, ਇਹ ਧੁਨ ਦੇ ਵਿੱਚ ਧਿਆਨ ਧਰਨ ਦੀ ਵਿਧੀ ਤਾਂ ਹੈਗੀ ਆ, ਲੇਕਿਨ ਇਹ ਤੋਂ ਵੀ ਪਹਿਲੀ ਜਿਹੜੀ ਵਿਧੀ ਆ ਉਹ ਮਿੰਨਤਾਂ ਜੋਦੜੀਆਂ ਦੀ ਆ। ਉਹ ਕਾਦੀ ਆ? ਮਿੰਨਤਾਂ ਜੋਦੜੀਆਂ ਦੀ। ਜਿੰਨੀ ਦੇਰ ਮਨ ਮਿੰਨਤਾਂ ਜੋਦੜੀਆਂ ਨਹੀਂ ਕਰਦਾ, ਨਿਮਾਣਾ ਨਹੀਂ ਹੁੰਦਾ, ਉਤਨੀ ਦੇਰ ਆ ਸਿਮਰਨ ਨਹੀਂ ਕਰ ਸਕਦਾ। ਇੱਥੋਂ ਸਿਮਰਨ ਹੋਣਾ ਹੀ ਨਹੀਂ, ਆ ਹਉਮੈ ਦੇ ਵਿੱਚ ਐਂ ਹੀ ਬੈਠਾ ਰਹੂਗਾ, ਨਾਲੇ ਗਿਆਨ ਨੂੰ ਹੀ ਪੜ੍ਹੀ ਜਾਊਗਾ, ਗਿਆਨ ਨੂੰ ਹੀ ਸੁਣੀ ਜਾਊਗਾ, ਬਸ ਝੁਕੂਗਾ ਨਹੀਂ ਅੰਦਰੋਂ। ਔਰ ਇਹਦਾ ਨਾ ਝੁਕਣਾ ਹੀ ਇਹਨੂੰ ਇੱਥੇ ਲੈ ਕੇ ਆਇਆ ਆ, ਝੁਕਣ ਨੂੰ ਤਿਆਰ ਨਹੀਂ ਹੈ। ਔਰ ਮੈਨੂੰ ਇਹ ਪਤਾ ਲੱਗ ਗਿਆ, ਅੱਜ ਮੈਨੂੰ ਆਹ ਪਤਾ ਲੱਗ ਗਿਆ, ਮੈਨੂੰ ਆਹ ਪਤਾ ਕੀ ਕਰਨਾ ਪਤਾ ਕਰ ਕਰਕੇ। ਮਹਾਰਾਜ ਤੇ ਗੁਰਬਾਣੀ ਜੀ ਕਹਿੰਦੇ ਮਨ ਸਮਝਾਵਣ ਵਾਸਤੇ ਕਛੂ ਕਹਿੰਦੇ ਥੋੜਾ ਜਿਹਾ ਗਿਆਨ ਵਿਚਾਰ ਲੈ, ਇੰਨਾ ਕੁ ਗਿਆਨ ਵਿਚਾਰ ਲੈ ਵੀ ਤੇਰਾ ਜਿਹੜਾ ਮੂਲ ਆ, ਜਿਹੜਾ ਤੇਰਾ ਮਾਪਿਓ ਆ, ਉਹਦੇ ਸਾਥ ਤੈਨੂੰ ਮਿਲਣ ਆਇਆ ਤੇ ਮਾਇਆ ਦੇ ਕਰਕੇ ਤੂੰ ਮਿਲ ਨਹੀਂ ਰਿਹਾ, ਹੁਣ ਉਹਨੂੰ ਆਵਾਜ਼ਾਂ ਲਾ, ਇਤਨਾ ਗਿਆਨ ਲੈ ਲੈ ਪਹਿਲੇ। ਹੋਰ ਹੀ ਗਿਆਨ ਲਈ ਜਾਂਦਾ, ਮੈਂ ਇੱਥੇ ਦੇਖਾਂ, ਮੈਂ ਕਿੱਥੇ ਦੇਖਾਂ, ਮੈਂ ਕਿਵੇਂ ਕਰਾਂ, ਮੈਂ ਕਿਵੇਂ ਕਰਾਂ। ਮਹਾਰਾਜ ਕਹਿੰਦੇ ਪਹਿਲੇ ਉਹਦਾ ਚੇਤਾ ਦਾ ਹਿਰਦੇ ਚ ਤੇਰੇ ਚ ਹੋਣਾ ਚਾਹੀਏ, ਫੇਰ ਹੀ ਤਾਂ ਜਾ ਕੇ ਤੇਰਾ ਧਿਆਨ ਉਸ ਪਾਸੇ ਜਾਊਗਾ, ਫੇਰ ਹੀ ਤਾਂ ਤੇਰਾ ਧਿਆਨ ਲੱਗੂਗਾ। ਜੇ ਤੇਰਾ ਹਿਰਦੇ ਚ ਉਹਦਾ ਚੇਤਾ ਹੀ ਨਹੀਂ ਹੈਗਾ ਤੇ ਨਾਲੇ ਤੂੰ ਬਸ ਗਿਆਨ ਹੀ ਸੁਣੀ ਜਾ ਰਿਹਾ ਆ, ਬਸ ਉਹ ਮੈਂ ਕਿੱਥੇ ਦੇਖਾਂ, ਮੈਂ ਕਿਵੇਂ ਦੇਖਾਂ, ਮੈਂ ਕਿਵੇਂ ਸੁਣਾ। ਮਹਾਰਾਜ ਕਹਿੰਦੇ ਜੇ ਤੇਰੇ ਪਹਿਲੀ ਅਵਸਥਾ ਜੇ ਤੈਨੂੰ ਚਾਹ ਹੈਗਾ ਆ ਤੇ ਉਹਦੀ ਆਵਾਜ਼ ਬੁਲਾਉਣ ਵਾਲੀ ਜਾਂ ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਤੇਰੇ ਰੋਮਾਂ ਦੇ ਵਿੱਚ ਤੇ ਨਿਕਲੂਗੀ, ਤੇਰੇ ਹਿਰਦੇ ਦੇ ਵਿੱਚ ਤੇ ਨਿਕਲੂਗੀ, ਫਿਰ ਜਾ ਕੇ ਤੂੰ ਧਿਆਨ ਦੀ ਅਵਸਥਾ 'ਚ ਜਾਏਗਾ, ਵੀ ਤੈਨੂੰ ਉਹਦੀ ਇਤਨੀ ਕੁ ਯਾਦ ਆਉਣ ਲੱਗੀ, ਤੈਨੂੰ ਉਹਨੂੰ ਇਤਨਾ ਕੁ ਚੇਤ ਲਿਆ, ਇਤਨਾ ਕੁ ਧਿਆ ਲਿਆ, ਇਤਨਾ ਕੁ ਧਿਆ ਲਿਆ ਕਿ ਤੇਰਾ ਰੋਮ ਰੋਮ ਨੂੰ ਆਵਾਜ਼ਾਂ ਮਾਰਨ ਲਗਾ, ਕੱਲੀ ਰਸਨਾ ਨਹੀਂ। ਮਹਾਰਾਜ ਕਹਿੰਦੇ ਤੇਰਾ ਰੋਮ ਰੋਮ ਨੂੰ ਆਵਾਜ਼ਾਂ ਮਾਰਨ ਲਗਾ, ਜਦੋਂ ਤੇਰਾ ਰੋਮ ਰੋਮ ਆਵਾਜ਼ਾਂ ਮਾਰਨ ਲਗਾ ਫੇਰ ਤੇਰਾ ਧਿਆਨ ਲੱਗੂਗਾ। ਹਲੇ ਰੋਮਾਂ ਦੇ ਵਿੱਚ ਵੀ ਉਹ 84 ਬੈਠੀ ਹੈ ਨਾ, ਕਹਿੰਦੇ ਜਦੋਂ ਤੂੰ ਧਿਆਨ ਦੀ ਅਵਸਥਾ ਦੇ ਵਿੱਚ ਜਾਣ ਦੀ ਆਪ ਕੋਸ਼ਿਸ਼ ਕਰਦਾ ਆ, 84 ਇਹ ਤਰਲੋਕੀ ਇਹ ਕਾਲ ਦਾ ਜਿਹੜਾ ਖੇਲ ਆ, ਇਹ ਕਹਿੰਦੇ ਤੈਨੂੰ ਥੱਲੇ ਨੂੰ ਖਿੱਚ ਲੈਂਦਾ ਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਇਹ ਸ਼ਬਦ ਹੈ ਨਾ ਵਾਹਿਗੁਰੂ ਗੁਰਮੰਤਰ, ਇਹ ਜ਼ੋਰ ਨਾਲ ਦ੍ਰਿੜ ਨਹੀਂ ਕੀਤਾ ਜਾਣਾ, ਇਹ ਹਿਰਦੇ ਦੇ ਰਾਹੀਂ ਜਿਹੜਾ ਕਿ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਹਰ ਸਮੇਂ ਉਹਨੂੰ ਆਵਾਜ਼ ਲਾਊਗਾ ਮਨ, ਵੀ ਮੈਂ ਵਿਛੜ ਗਿਆ ਮਾਲਿਕ ਤੇਥੋਂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਏਦਾਂ ਆਵਾਜ਼ਾਂ ਮਾਰੂਗਾ ਵੀ ਮਾਲਿਕ
ਤਰਸ ਕਰ ਸੱਚੇ ਪਾਤਸ਼ਾਹ, ਤਰਸ ਕਰ। ਮੈਂ ਇੰਨਾ ਸਾਰਾ ਕੁਛ, ਇਹ ਸਭ ਕੁਛ ਜਿੰਨਾ ਕਿੱਥੋਂ ਕਿੱਥੋਂ ਜਾ ਕੇ ਪੜ੍ਹਦਾ ਆ, ਕਿੱਥੋਂ ਕਿੱਥੋਂ ਜਾ ਕੇ ਮੈਂ ਕੀ ਕੀ ਕਰਦਾ, ਤੇਰੇ ਮਿਲਾਪ ਵਾਸਤੇ ਕਰਦਾ, ਹੋਰ ਨਹੀਂ ਮੈਨੂੰ ਕੁਛ ਚਾਹੀਦਾ। ਹੈਂ। ਖੇਡ ਤਾਂ ਇਹੀ ਸਮਝਾ ਰਹੇ ਮਹਾਰਾਜ ਗੁਰਬਾਣੀ ਗੁਰੂ ਦੇ ਵਿੱਚ, ਵੀ ਮਹਾਰਾਜ ਮੈਂ ਗਿਆਨ ਕਾਦੇ ਵਾਸਤੇ ਇਕੱਠਾ ਕਰ ਰਿਹਾ ਕਿ ਮੈਂ ਤੇਰੇ ਦਰ ਤੇ ਆ ਸਕਾਂ। ਤੇ ਏਦਾਂ ਮਹਾਰਾਜ ਦੇ ਅੱਗੇ ਨਿਮਾਣਾ ਹੋਗਾ। ਜੇ ਨਿਮਾਣਾ ਹੋ ਗਿਆ ਤੇ ਹਉਮੈ ਕੱਟੀ ਗਈ, ਜੇ ਹਉਮੈ ਕੱਟੀ ਗਈ ਤਾਂ ਮਹਾਰਾਜ ਕਹਿੰਦੇ ਨਾਮ ਪ੍ਰਗਟ ਹੋ ਜਾਊਗਾ। ਨਾਮ ਪ੍ਰਗਟ ਉਹਦੇ ਆਗਮਨ ਦੀ ਨਿਸ਼ਾਨੀ ਆ। ਆ ਜਿਹੜੀ ਇਹਦੀ ਗਿਆਨ ਦੀ ਇੱਕ ਭੰਡ ਆ ਨਾ, ਇਹਦੇ ਸਰ ਤੋਂ ਜਿਹੜੀ ਇਹਨੇ ਜੁਗਾ ਜੁਗਾ ਤੋਂ ਇਕੱਠੀ ਕੀਤੀ ਆ, ਇਹੀ ਤਾਂ ਇਹਨੂੰ ਅੱਗੇ ਨਹੀਂ ਜਾਣ ਦੇ ਰਹੀ। ਉੱਥੇ ਇਹ ਕਲਮ ਬੰਦ ਆ ਜੀ, ਉੱਥੇ ਏਦਾਂ ਕਲਮ ਬੰਦ ਆ। ਤੂੰ ਪਿਛੜ ਗਿਆ ਮਾਲਿਕ ਤੋਂ, ਤੂੰ ਮਾਲਿਕ ਨੂੰ ਆਵਾਜ਼ਾਂ ਮਾਰ, ਤੂੰ ਗਿਆਨ ਕਾ ਤੋਂ ਇਕੱਠਾ ਕਰੀ ਜਾ ਰਿਹਾ। ਮਹਾਰਾਜ ਗੁਰਬਾਣੀ ਚ ਖੇਡ ਸਮਝਾ ਦੀ, ਤੇਰਾ ਵਿਛੋੜਾ ਪੈ ਗਿਆ ਮਾਲਿਕ ਦੇ ਨਾਲ, ਇਤਨੀ ਤੈਨੂੰ ਖਬਰ ਹੋ ਗਈ, ਬਸ ਇਤਨਾ ਗਿਆਨ ਬਹੁਤ ਆ। ਸਭ ਤੋਂ ਪਹਿਲਾਂ ਤੂੰ ਇਹ ਜਾਣਦਿਆਂ ਹੋਇਆ ਕਿ ਮੈਂ ਵਿਛੜ ਗਿਆ, ਇਹ ਜਾਣਦਿਆਂ ਹੋਇਆ ਤੂੰ ਪਹਿਲੇ ਉਹਨੂੰ ਆਵਾਜ਼ਾਂ ਤਾਂ ਲਾ ਕਿ ਮੈਂ ਵਿਛੜ ਗਿਆ। ਵਿਛੜਾ ਹੋਇਆ ਕਿਵੇਂ ਲਾਂਦਾ ਆਵਾਜ਼ਾਂ? ਵਿਛੜਾ ਹੋਇਆ ਏਦਾਂ ਤਾਂ ਆਵਾਜ਼ ਨਹੀਂ ਲਾਊਗਾ ਗੁਰਮੁਖ ਪਿਆਰਿਓ। ਵਾਹ ਗੁਰੂ ਵਾਹ, ਉਹ ਤਾਂ ਬੜੇ ਸਕੂਨ ਦੇ ਨਾਲ ਆਵਾਜ਼ ਲਾ ਰਿਹਾ ਬੈਠਾ ਹੋਇਆ, ਉਹਨੂੰ ਤਾਂ ਦੁਖੀ ਕੋਈ ਨਹੀਂ ਮਿਲਾ ਵਿਛੋੜੇ ਦਾ। ਵਿਛੋੜਾ ਦੁਨੀਆ ਦਾ ਵੀ ਤਾਂ ਚੱਲ ਦੇਖਿਆ ਹੀ ਹੋਊਗਾ ਆਪਾਂ ਸਾਰਿਆਂ ਨੇ, ਜਦੋਂ ਦੁਨੀਆ ਦੇ ਵਿੱਚ ਕੋਈ ਵਿਛੜਦਾ ਆ ਤੇ ਅਸੀਂ ਕਿੱਦਾਂ ਕਿਵੇਂ ਕੀ ਉਸ ਸਮੇਂ ਕੀ ਹੁੰਦਾ ਆ, ਆਪਾਂ ਵੀ ਇੰਨਾ ਵਿਰਾਗ ਕਰੀ ਜਾਂਦੇ ਆ, ਨਹੀਂ ਇਹਨੂੰ ਵਾਪਸ ਲਾਓ, ਨਹੀਂ ਇਹਨੂੰ ਵਾਪਸ ਲਾਓ। ਜੇ ਕੋਈ ਚੜਾਈ ਕਰੀਏ ਤਾਂ ਕੀ ਉਹ ਮਨ ਦੀ ਅਵਸਥਾ ਹੁੰਦੀ ਆ ਵੀ ਨਹੀਂ ਇਹਨੂੰ ਨਹੀਂ ਲੈ ਕੇ ਜਾਣਾ, ਹੈਨਾ। ਕਿੱਦਾਂ ਪਰਿਵਾਰਾਂ ਦੇ ਵਿੱਚ ਜੇ ਕੋਈ ਕਿਸੇ ਦੀ ਚੜਾਈ ਕਰ ਜਾਂਦਾ ਹੈ, ਉਹ ਕਿੱਦਾਂ ਵਿਰਾਗ ਕਰਦੇ ਆ। ਮਾਲਿਕ ਦੇ ਲਈ ਵੀ ਤਾਂ ਉਹ ਵਿਰਾਗ, ਉਹ ਦੁੱਖ ਉਹ ਹੋਣਾ ਚਾਹੀਦਾ ਆ। ਮਾਲਿਕ ਦੇ ਲਈ ਕੇਵਲ ਆਵਾਜ਼ ਵਾਹ ਗੁਰੂ ਵਾਹ ਗੁਰੂ, ਦੁੱਖ ਤਾਂ ਹੈਗਾ ਹੀ ਨਹੀਂ ਮਹਾਰਾਜ। ਇਸ ਕਰਕੇ ਗੁਰਬਾਣੀ ਸਾਹਿਬ ਬਿਨ ਵਿਰਾਗ ਨਾ ਛੋਟਾ ਸਮਾਇਆ, ਇਹ ਮਾਇਆ ਵਿਸਰੂਗੀ ਹੀ ਵਿਰਾਗ ਤੋਂ। ਇਹ ਪ੍ਰੈਕਟੀਕਲ ਆਪਾਂ ਜਦੋਂ ਇਹਦੇ ਵਿੱਚ ਜਾਊਗਾ ਮਨ, ਫੇਰ ਇਹਨੂੰ ਸਮਝ ਪੈਣੀ ਆ ਵੀ ਦੁਨੀਆ ਦੇ ਪਾਸੇ ਹਰ ਪਾਸੇ ਤੇ ਧਿਆਨ ਟੁੱਟ ਕੇ ਉਸ ਪਾਸੇ ਚਲਾ ਗਿਆ ਕਿ ਮਾਲਿਕ ਵਿਛੜ ਗਿਆ, ਮੈਂ ਮਾਲਿਕ ਤੋਂ ਵਿਛੜ ਗਿਆ। ਤੇ ਆਸੇ ਪਾਸੇ ਤੇ ਹਰ ਪਾਸੇ ਤੇ ਧਿਆਨ ਟੁੱਟ ਗਿਆ, ਮਾਲਿਕ ਦੇ ਵੱਲ ਚਲਾ ਗਿਆ, ਮਾਲਿਕ ਦੇ ਚਰਨਾਂ 'ਚ ਚਲਾ ਗਿਆ, ਤਾਂ ਜਾ ਕੇ ਧਿਆਨ ਲੱਗੂਗਾ। ਜਦੋਂ ਆਪਾਂ ਬਹਿਨੇ ਆਪਾਂ ਕਹਿੰਦੇ ਵੀ ਮੈਂ ਇੱਥੇ ਦੇਖਣਾ ਆ ਤੇ ਵਾਹੇ ਬੋਲਣਾ ਆ, ਮੈਂ ਇੱਥੇ ਸੁਣਨਾ ਆ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਆਪਾਂ ਦੇਖੋ ਵੀ ਮਿਲਣ ਨੂੰ ਚਿੱਤ ਕਰ ਰਿਹਾ ਆ, ਇਹ ਮਿਲਣ ਨੂੰ ਚਿੱਤ ਕਰ ਰਿਹਾ ਤੇ ਆਪਾਂ ਉਹਨੂੰ ਸਿੱਧੀ ਆਵਾਜ਼ ਮਾਰੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਜਿੰਨੀ ਦੇਰ ਦਰ ਨਹੀਂ ਖੁੱਲੂਗਾ ਫਿਰ ਹੋਰ ਆਵਾਜ਼ ਮਾਰੂਗਾ, ਵਾਹ ਗੁਰੂ। ਵੀ ਮਾਲਿਕ ਮੈਂ ਤਾਂ ਵਿਛੜਿਆ ਹੋਇਆ ਸੱਚੇ ਪਾਤਸ਼ਾਹ ਦਾ ਆਵਾਜ਼ਾਂ ਮਾਰੂਗਾ, ਬਰਾਗ ਕਰੂਗਾ, ਫਿਰ ਮੈਥੋਂ ਨਹੀਂ ਆਇਆ ਜਾ ਰਿਹਾ, ਕਿਰਪਾ ਕਰ ਮਹਾਰਾਜ। ਕੇਵਲ ਆਪਾਂ ਗਿਆਨ ਨੂੰ ਅੱਖਰਾਂ ਦੇ ਰਾਹੀਂ ਫੜ ਰਹੇ ਆ, ਲੇਕਿਨ ਗਿਆਨ ਦੇ ਪਿੱਛੇ ਜਿਹੜਾ ਭਾਵਨਾ ਦਾ ਖੇਲ, ਪ੍ਰੇਮ ਦਾ ਖੇਲ ਆ, ਉਹਨੂੰ ਆਪਾਂ ਮਹਾਰਾਜ ਕਹਿੰਦੇ ਉਹਨੂੰ ਸਮਝੋ। ਉਹਨੂੰ ਆਪਾਂ ਸਾਰੇ ਸੰਸਾਰ ਨੂੰ ਮਹਾਰਾਜ ਮਨ ਬੱਚਿਆਂ ਨੂੰ ਖੇਲ ਸਮਝਾ ਰਹੇ। ਮਹਾਰਾਜ ਕਹਿੰਦੇ ਖੇਲ ਪ੍ਰੇਮ ਦੀ ਆ। ਖੇਲ ਕਾਦੀ ਆ? ਪ੍ਰੇਮ ਦੀ ਆ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਖੇਲ ਪ੍ਰੇਮ ਦੀ ਆ। ਪ੍ਰੇਮ ਦੇ ਵਿੱਚੋਂ ਮਹਾਰਾਜ ਨੂੰ ਆਵਾਜ਼ ਲਾਣੀ। ਤੇ ਆਓ ਆਪਾਂ ਵੀ ਬਹੁਤ ਪਿਆਰ ਦੇ ਰਾਹੀਂ ਨੇਤਰ ਬੰਦ ਕਰਕੇ ਮਾਲਿਕ ਨੂੰ ਆਵਾਜ਼ ਲਾਣੀ ਆ, ਵੀ ਮਿਲਾਪ ਦੇ ਲਈ ਆਵਾਜ਼ ਲਾਣੀ ਆ ਆਪਾਂ ਨੂੰ, ਵੀ ਸੱਚੇ ਪਾਤਸ਼ਾਹ ਕਿਰਪਾ ਕਰ, ਮਾਲਿਕ ਤਰਸ ਕਰ, ਸਾਥੋਂ ਨਹੀਂ ਆਇਆ ਜਾ ਰਿਹਾ। ਰਹੀ ਵਿਚਾਰ ਗੁਰਬਾਣੀ ਦੇ ਵਿੱਚ ਆਪਾਂ ਕਹਿੰਦੇ ਵੀ ਆਪਾਂ ਆਪ ਦਾ ਹੀ ਇੰਨਾ ਗਿਆਨ, ਆਪ ਦੀ ਇੰਨੀ ਚਤਰਾਈ, ਆਪ ਦਾ ਹੀ ਇੰਨਾ ਕੁਛ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਚਿਰ ਤੋਂ। ਗੁਰਬਾਣੀ ਗੁਰੂ ਦੇ ਵਿੱਚ ਸ਼ਬਦ ਵਿਚਾਰੋ ਕਿੱਦਾਂ ਕਿੱਦਾਂ ਦੇ, ਜਿਨ੍ਹਾਂ ਨੂੰ ਜਿੱਦਾਂ ਚੰਗਾ ਲਗਾਇਆ ਉਹਨਾਂ ਨੇ ਉਹਨੂੰ ਉਦਾਂ ਪ੍ਰੇਮ ਕੀਤਾ ਆ। ਕਿਸੇ ਨੇ ਉਹਨੂੰ ਯਾਰ ਕਹਿ ਕੇ ਪ੍ਰੇਮ ਕੀਤਾ, ਕਿਸੇ ਨੇ ਉਹਨੂੰ ਮਿੱਤਰ ਕਹਿ ਕੇ, ਕਿਸੇ ਨੇ ਉਹਨੂੰ ਮਾਂ ਕਹਿ ਕੇ, ਪਿਓ ਕਹਿ ਕੇ, ਕਿਸੇ ਨੇ ਉਹਨੂੰ ਆਪਣਾ ਘਰਵਾਲਾ, ਕੰਤ, ਸੱਜਣ, ਮੀਤ,
ਜਿਹਨੂੰ ਜਿੱਦਾਂ ਪ੍ਰੇਮ ਕੀਤਾ ਉਹਨਾਂ ਨੇ ਕੀਤਾ, ਔਰ ਜਿੱਦਾਂ ਦੇ ਸ਼ਬਦਾਂ ਦੇ ਰਾਹੀਂ ਉਹਨੂੰ ਮਨਾਇਆ। ਗੁਰਬਾਣੀ ਦੇ ਵਿੱਚ ਜਿਨ ਸ਼ਬਦਾਂ ਦੇ ਰਾਹੀਂ ਉਹਨਾਂ ਨੂੰ ਪ੍ਰੇਮ ਆਇਆ, ਉਹਨਾਂ ਨੇ ਉਹ ਸ਼ਬਦ ਮਾਲਿਕ ਨੂੰ ਅੱਗੇ ਮਾਲਿਕ ਦੇ ਮੂਹਰੇ ਰੱਖੇ, ਨਾਲੇ ਉਹਨੂੰ ਮਨਾਇਆ ਪ੍ਰੇਮ ਚ। ਇਹ ਨਹੀਂ ਦੇਖਾ ਕਿ ਇਹ ਬੋਲਣਾ ਠੀਕ ਆ, ਇਹ ਬੋਲਣਾ ਠੀਕ ਨਹੀਂ ਆ, ਨਹੀਂ। ਉਹਨਾਂ ਨੇ ਪ੍ਰੇਮ ਦੇ ਵਿੱਚੋਂ ਜਿੱਦਾਂ ਮਾਲਿਕ ਨੂੰ ਮਨਾਇਆ, ਉਦਾਂ ਭਗਤ ਸਹਿਬਾਨ ਗੁਰੂ ਸਹਿਬਾਨ ਜੀ ਨੇ ਮਨਾਇਆ। किसी ने विठला किया, किसी ने गोबिंद किया, किसी ने राम किया, किसी ने वाहिगुरु किया, किसी ने किदा नाले किदा ਉਹਨੂੰ ਮਨਾ ਰਹੇ ਨੇ, ਹੱਥ ਜੋੜ ਕੇ ਪੈਰ ਫੜ ਕੇ ਉਹਨੂੰ ਮਨਾ ਰਹੇ ਨੇ। ਉਹਨਾਂ ਨੇ ਇਹ ਤਾਂ ਨਹੀਂ ਦੇਖਾ ਨਾ, ਕਿਉਂਕਿ ਪ੍ਰੇਮ ਦੇ ਵਿੱਚੋਂ ਨਹੀਂ ਹੈ ਸਾਰੀਆਂ ਚੀਜ਼ਾਂ। ਜਿੱਥੋਂ ਪ੍ਰੇਮ ਹੈ ਉਹਨਾਂ ਨੇ ਮਨਾਇਆ ਆ ਉਹਨਾਂ ਨੂੰ। ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ, ਉਹਨੂੰ ਕੀ ਸ਼ਬਦਾਂ ਦੇ ਰਾਹੀਂ ਮਨਾ ਰਹੇ ਨੇ। ਆਪਾਂ ਗਿਆਨ ਨੂੰ ਥੋੜਾ ਸੀਮਿਤ ਜਿਹਾ ਗਿਆਨ ਲੈ ਕੇ ਬੈਠ ਗਿਆ ਸੰਸਾਰ ਦੇ ਵਿੱਚ ਜੀਵ, ਜਿਹਨਾਂ ਮਨ ਬੱਚਿਆਂ ਨੂੰ ਕੇਵਲ ਤਰਲੋਕੀ ਤੱਕ ਦਾ ਹੀ ਭੇਦ ਵੀ ਇੱਥੋਂ ਏਦਾਂ ਪ੍ਰੇਮ ਨਹੀਂ। ਉਹ ਕਹਿੰਦੇ ਉਹ ਤਾਂ ਪ੍ਰੇਮ ਦੇ ਵਿੱਚੋਂ ਕਹਿੰਦੇ ਵੀ ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ, ਤੂੰ ਮਨ ਵਸਿਆ ਲਾਗੇ ਨਾ ਦੁੱਖਾ। ਕਹਿੰਦੇ ਹੁਣ ਮੈਨੂੰ ਦੁੱਖ ਨਹੀਂ ਲੱਗਦਾ, ਤੂੰ ਤਾਂ ਮੇਰੇ ਹਿਰਦੇ 'ਚ ਵਸ ਗਿਆ। ਕਹਿੰਦੇ ਆਹੋ ਸਜਣਾ ਕਿੱਦਾਂ ਕਹਿ ਰਹੇ ਮਾਲਿਕ ਨੂੰ। ਉਹਨਾਂ ਨੇ ਇਹ ਤਾਂ ਨਹੀਂ ਦੇਖਿਆ ਵੀ ਮਹਾਰਾਜ ਨੂੰ ਅਕਾਲ ਪੁਰਖ ਨੂੰ ਸੱਜਣਾ ਕਹਿਣਾ, ਸੱਜਣ ਕਹਿਣਾ ਗਲਤ ਆ, ਨਹੀਂ। ਉਹਨੂੰ ਏਦਾਂ ਨਹੀਂ ਕਹਿਣਾ, ਨਹੀਂ। ਉਹਨਾਂ ਨੂੰ ਪ੍ਰੇਮ ਆਇਆ, ਉਹਨਾਂ ਨੇ ਉਹਨੂੰ ਉਹੀ ਬਣਾ ਲਿਆ। ਕਹਿੰਦੇ ਆਹੋ ਸਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ। ਨਾਲੇ ਕਿੱਦਾਂ ਜਿੱਦਾਂ ਜਿਹਦਾ ਪ੍ਰੇਮ ਬਣਿਆ ਉਹਨੇ ਉਦਾਂ ਹੀ ਉਹਨੂੰ ਚੇਤਾ। ਕਹਿੰਦੇ ਹਰ ਜੀ ਮਾਤਾ, ਕਹਿੰਦੇ ਤੂੰ ਤਾਂ ਮੇਰਾ ਮਾਂ ਪਿਓ ਹੈ, ਤੂੰ ਹੀ ਤਾਂ ਮੇਰਾ ਸਭ ਕੁਛ ਹੈ। ਕਹਿੰਦੇ ਹਰ ਜੀ ਮਾਤਾ, ਹਰ ਜੀ ਪਿਤਾ। ਇਹ ਗਾ ਨਹੀਂ ਰਹੇ ਉਹ ਮਹਾਰਾਜ ਤੋਂ ਕਹਿ ਰਹੇ ਵੀ ਤੂੰ ਮੇਰਾ ਮਾਂ ਪਿਓ ਹੈ, ਤੂੰ ਮੇਰਾ ਬਾਪ ਵੀਠਲਾ ਹੈ, तू मेरा मित्र है, तू ही तो है मेरा सब कुछ, मैं तुझ बिना वरना कोई। मैं हर जी माता, हर जी पिता, हर जी प्रतिपालक, हर जी मेरी सार करे, हम हर के बालक। मैं तेरा ही दा बच्चा हाँ। कहने राम गुसैया जी के जीवना, मोहे ना विसारो मैं जन तेरा। भी मैनू ना विसारे, मैं तेरा ही ता जानिया। वो प्रेम दे विचों कह रहे हैं। ਇਸ ਕਰਕੇ ਆਪਾਂ ਸੀਮਿਤ ਜਿਹਾ ਜਦੋਂ ਗਿਆਨ ਵੀ ਇਹ ਕਰਨਾ, ਇਹ ਨਹੀਂ, ਇਹ ਕਰਨਾ, ਪ੍ਰੇਮ ਕਰਨਾ ਉਹਨੂੰ। ਪ੍ਰੇਮ ਦੇ ਵਿੱਚ ਉਹਨੂੰ ਮਨਾਓ, ਆਪਾਂ ਪ੍ਰੇਮ ਦੇ ਵਿੱਚ ਚੋਜ ਕਰੋ। ਜਿੱਦਾਂ ਦਾ ਸਾਡਾ ਮਨ ਉਹ ਤੋਂ ਮੰਨਦਾ ਆ ਉਦਾਂ ਉਹਨੂੰ ਪ੍ਰੇਮ ਕਰੋ, ਲੇਕਿਨ ਸੱਚਾ ਸੁੱਚਾ ਪ੍ਰੇਮ ਕਰੋ। ਕੋਈ ਚਤਰਾਈ ਨਹੀਂ ਹੋਣੀ ਚਾਹੀਦੀ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਸਾਫ਼ ਹਿਰਦੇ ਤੇ ਭਗਤ ਧੰਨਾ ਜੀ ਗੁਰਬਾਣੀ ਦੇ ਵਿੱਚ ਕੀ ਸਮਝਾਉਂਦੇ ਨੇ। ਕਹਿੰਦੇ ਭੋਲਾ ਭਾਵ ਗੋਬਿੰਦ ਮਿਲਾਵੇ। ਜਿੱਦਾਂ ਦਾ ਹੈ ਉਦਾਂ ਕਰਕੇ ਮਾਲਿਕ ਦੇ ਅੱਗੇ ਸਨਮੁਖ ਹੋ, ਉਦਾਂ ਜਾ ਕੇ ਆਵਾਜ਼ ਲਾ ਮਾਲਿਕ ਨੂੰ, ਉਦਾਂ ਮਿੰਨਤ ਜੋਦੜੀ ਕਰ। ਤੂੰ ਕਹਿੰਦਾ ਵੀ ਇਹ ਕਰਨਾ ਹੀ ਨਹੀਂ, ਇਹ ਕਰਨਾ ਹੀ ਨਹੀਂ। ਮਹਾਰਾਜ ਜੀ ਨੇ ਪ੍ਰੇਮ ਕਰਨਾ ਸਭ ਤੋਂ ਪਹਿਲੇ ਵਿਚਾਰ ਹੈ, ਤੂੰ ਪ੍ਰੇਮ ਤਾਂ ਕਰ। ਪ੍ਰੇਮ ਦੇ ਰਾਹੀਂ ਕਹਿ ਵੀ ਸੱਚੇ ਪਾਤਸ਼ਾਹ ਮੈਂ ਤੇਥੋਂ ਵਿਛੜ ਗਿਆ, ਵਾਹ ਗੁਰੂ, ਵਾਹ ਗੁਰੂ, ਏਦਾਂ ਕਹਿ। ਉਹ ਪ੍ਰੇਮ ਦੇ ਵਿੱਚੋਂ ਲਾਈ ਹੋਈ ਆਵਾਜ਼ ਨੂੰ ਉਹ ਕਿਵੇਂ ਮੋੜ ਦੂਗਾ? ਮੋੜ ਹੀ ਨਹੀਂ ਸਕਦਾ। ਐਸਾ ਹੋ ਹੀ ਨਹੀਂ ਸਕਦਾ ਗੁਰਮੁਖ ਪਿਆਰਿਓ ਕਿ ਜਿੰਨੇ ਪ੍ਰੇਮ ਚ ਆਵਾਜ਼ ਲਾਈ ਹੋ ਉਹ ਆਇਆ ਨਾ ਹੋ। ਸਭ ਤੋਂ ਪਹਿਲੀ ਵਿਚਾਰ ਕਿ ਉਹ ਆਂਦਾ ਔਰ ਜਾਂਦਾ ਨਹੀਂ, ਉਹ ਤਾਂ ਥਿਰਾ, ਉਹ ਤਾਂ ਥਿਰ ਸੁਹਾ ਗਿਆ। ਉਹ ਥਿਰ ਆ, ਅਵਿਨਾਸ਼ੀ ਆ, ਉਹ ਰਮਈਆ ਆ, ਉਹ ਆਂਦਾ ਔਰ ਜਾਂਦਾ ਨਹੀਂ। ਸਾੜੀ ਸੁਰਤ ਜਾਊਗੀ ਉਹਦੇ ਦਰ ਤੇ, ਸਾੜੀ ਸੁਰਤ ਜਾਊਗੀ ਵਿਚਾਰਾਂ ਦੇ ਉੱਪਰ, ਸਾੜੀ ਸੁਰਤ ਉਹਦਾ ਚੇਤਾ ਕਰੂਗੀ, ਸਾਰੀ ਦੁਨੀਆ ਨੂੰ ਭੁੱਲ ਕੇ ਉਹਨੂੰ ਧਿਆਊਗੀ ਤੇ ਉਹਦੇ ਦਰ ਤੇ ਜਾਊਗੀ। ਉਹਨੂੰ ਸਿਮਰਨ ਕਹਿੰਦੇ ਆ। ਇਹ ਕੁਛ ਕੁ ਸੀਮਿਤ ਜਿਹਾ ਗਿਆਨ ਲੈ ਕੇ ਉਹਨੂੰ ਪਾਣ ਦੇ ਸੁਪਨੇ ਦੇਖਣਾ। ਮਹਾਰਾਜ ਕਹਿੰਦੇ ਇਹ ਕਰਕੇ ਹੀ ਇਹਦਾ ਮਿਲਾਪ ਨਹੀਂ ਹੋ ਰਿਹਾ। ਉਹ ਮਿੰਨਤਾਂ ਕਰ, ਤੂੰ ਮਿੰਨਤਾਂ, ਉਹਨੂੰ ਆਵਾਜ਼ਾਂ ਲਾ। ਇਹ ਜੁਗਤੀਆਂ ਤੇਰੀਆਂ ਜਦੋਂ ਤੂੰ ਇਹ ਵਿਚਾਰ ਕਰਦਾ ਨਾ, ਮੈਂ ਸਾਹਮਣੇ ਦੇਖਾਂ, ਲੇਕਿਨ ਮਨ ਤਾਂ ਉਹੀ ਤ੍ਰੈ ਗੁਣਾ ਦੇ ਵਿੱਚ ਘੁੰਮ ਰਿਹਾ ਆ। ਮਾਲਿਕ ਦੀ ਯਾਦ ਤਾਂ ਇਹਨੂੰ ਆ ਹੀ ਨਹੀਂ ਰਹੀ। ਇਹ ਜ਼ੋਰ ਨਾਲ ਕੀ ਕਹਿੰਦਾ, ਜ਼ੋਰ ਨਾਲ ਆਪ ਦੀ ਕੋਸ਼ਿਸ਼ ਕਰ ਮੈਂ ਇੱਥੇ ਦੇਖਾਂ,
ਮੈਂ ਇੱਥੇ ਦੇਖਾਂ। ਮਹਾਰਾਜ ਕਹਿੰਦੇ ਧੱਕਾ ਕਰ ਰਿਹਾ ਤੂੰ ਮਨ ਦੇ ਸਾਥ। ਕੀ ਕਰ ਰਿਹਾ? ਧੱਕਾ। ਜੇ ਮਿਲਣ ਦਾ ਚਿੱਤ ਹੀ ਨਹੀਂ ਹੈਗਾ ਫੇਰ? ਜੇ ਮਿਲਣ ਦਾ ਜੀ ਹੋਊਗਾ ਤੇ ਆਪ ਖੜ ਜਾਊਗਾ ਯੁੱਧ ਦੇ ਵਿੱਚ। ਇਹ ਆ ਕੇ ਆਪ ਖੜ ਜਾਊਗਾ ਕਾਲ ਦੇ ਮੋਰੇ ਵੀ ਮੈਂ ਤੇਥੋਂ ਫਤਿਹ ਪਾਣੀ ਆ, ਮੈਂ ਘਰੇ ਜਾਣਾ ਆ, ਤੂੰ ਕਿਵੇਂ ਰੋਕ ਲਏਗਾ ਮੈਨੂੰ? ਹਨਾ? सूरा सो पहचानिए, महाराज कहते हैं सूरमा आ वो जो लड़े दीन के हेत, पुरजा पुरजा कट मरै काहू ना छोड़े खेत। खेत गुरबाणी च एक आया नु कह रहे महाराज गुरबाणी की अगे कहने ਇਹ ਜੂੰਝੜਕਾ ਦਾਓ, ਇਹ ਜੂੰਝਣੇ ਦਾ ਦਾਓ ਆ। ਕਿੱਦਾਂ ਬੈਠਾ ਹੋਇਆ ਏਦਾਂ ਇਹ ਕਰੀ ਜਾਂਦਾ ਹੈ ਨਾ ਗੁਰਮੁਖੋ। ਮਹਾਰਾਜ ਸਮਝਾ ਰਹੇ ਆ, ਜਿਤਨੀ ਦੇਰ ਮਾਇਆ ਦੇ ਵਿੱਚ ਚਿੱਤ ਨਹੀਂ ਉੱਠਦਾ ਉਤਨੀ ਦੇਰ ਉਹਦਾ ਚੇਤਾ ਨਹੀਂ ਚੱਲਣਾ, ਉਤਨੀ ਦੇਰ ਸਿਮਰਨ ਨਹੀਂ ਹੋਣਾ। ਸਿਮਰਨ ਤਾਂ ਹੀ ਹੋਊਗਾ ਜਦ ਮਿਲਣ ਨੂੰ ਚਿੱਤ ਕਰੂਗਾ। ਆਪਾਂ ਮਰਜੀ ਜਿੰਨੇ ਸਾਲ ਇਹਨੂੰ ਲਗਾਤਾਰ ਕਰੀ ਚਲੋ, ਜੇ ਹਿਰਦੇ ਦੇ ਵਿੱਚ ਹੈਗੀ ਨਹੀਂ, ਹਿਰਦੇ ਦੇ ਵਿੱਚ ਮਾਲਿਕ ਦੀ ਉਡੀਕ, ਕਦੋਂ ਮਾਲਿਕ ਦਰ ਖੋਲੇਗਾ, ਕਦੋਂ ਦਰਸ਼ਨ ਦੇਗਾ, ਕਿਹੜਾ ਪਲ, ਕਿਹੜੀ ਘੜੀ, ਕਿਹੜਾ ਸਮਾਂ ਆਊਗਾ ਜਦੋਂ ਤੂੰ ਇਹ ਦਰ ਖੋਲ ਦੇਗਾ, ਕਿਹੜਾ ਸਮਾਂ ਆਊਗਾ। ਇੰਨੀ ਉਡੀਕ ਉਹਦੀ ਵੀ ਕਦੋਂ ਆਊਂਗਾ ਮੈਂ ਘਰ, ਕਦੋਂ ਖੋਲੇਗਾ ਤੂੰ ਦਰ, ਕਦੋਂ ਖੋਲੇਗਾ। ਇਸ ਭਾਵਨਾ ਦੇ ਵਿੱਚ ਜਦੋਂ ਆਵਾਜ਼ ਮਾਰਦਾ ਆ, ਵਾਹ ਗੁਰੂ ਖੋਲ ਦੇ ਦਰ, ਖੋਲ ਦੇ ਮਾਲਿਕ, ਫਿਰ ਸਿਮਰਨ ਕਰ ਰਿਹਾ ਆ। ਜੇ ਆਹੀ ਸੋਚੀ ਜਾ ਰਿਹਾ ਆ ਕਿੱਥੇ ਦੇਖਾਂ, ਹਾਈ ਕਿੱਥੇ ਦੇਖਾਂ, ਉਹ ਪ੍ਰੇਮ ਦੇ ਵਿੱਚ ਆਵਾਜ਼ ਤਾਂ ਲਾ, ਸਾਹਮਣੇ ਆਵਾਜ਼ ਮਾਰ, ਵਾਹ ਗੁਰੂ ਇੱਥੇ ਹੀ ਸਾਹਮਣੇ ਨੂੰ ਆਵਾਜ਼ ਤਾਂ ਮਾਰ। ਬਸ ਪ੍ਰੇਮ ਦੇ ਵਿੱਚ ਜਿੱਥੇ ਤੇਰੀ ਆਵਾਜ਼ ਲੱਗੀ ਤੇਰਾ ਧਿਆਨ ਜਾਊਗਾ ਸਿੱਧਾ ਸਾਹਮਣੇ। ਜਿੱਥੇ ਤੂੰ ਆਪ ਦੇ ਥੋੜੇ ਜਿਹੇ ਗਿਆਨ ਨੂੰ ਲੈ ਕੇ ਬਾਰ-ਬਾਰ ਕਰੀ ਜਾ ਰਿਹਾ, ਮੈਂ ਇੱਥੇ ਦੇਖਾਂ, ਮੈਂ ਇੱਥੇ ਦੇਖਾ ਹੀ ਨਹੀਂ ਜਾ ਰਿਹਾ। ਜਦੋਂ ਹਿਰਦੇ ਹੀ ਨਹੀਂ ਧਿਆ ਰਿਹਾ ਤਾਂ ਦੇਖਾ ਕਿਵੇਂ ਜਾਊਗਾ? ਦੇਖਾ ਤਾਂ ਹੀ ਜਾਊਗਾ ਨਾ ਜਦੋਂ ਉਹਦਾ ਰਸਤਾ ਉਡੀਕੂਗਾ, ਜੇ ਉਹਨੂੰ ਬੁਲਾਊਗਾ, ਮਿਲਾਪ ਦੇ ਲਈ ਬੁਲਾਊਗਾ, ਤਾਂ ਹੀ ਤਾਂ ਉਹਦੇ ਵੱਲ ਚੇਤਾ ਜਾਊਗਾ, ਤਾਂ ਹੀ ਤਾਂ ਉਹਦੇ ਵੱਲ ਧਿਆਨ ਜਾਊਗਾ। ਜੇ ਉਹਨੂੰ ਉਦਾਂ ਹੀ ਇੱਕ ਬਹਿ ਕੇ ਲਗਾਤਾਰ ਕਰ ਰਿਹਾ ਆ, ਵਾਹ ਗੁਰੂ, ਵਾਹ ਗੁਰੂ। ਮਿਲਾਪ ਦੇ ਲਈ ਆਵਾਜ਼ ਵੱਖਰੀ ਆ, ਮਿਲਾਪ ਦੀ ਆਵਾਜ਼ ਵੱਖਰੀ ਆ। ਇਹ ਵਿਚਾਰ ਨੂੰ ਆਪਾਂ ਸਾਰੇ ਸਮਝੋ। ਜਿਹੜੇ ਮਹਾਰਾਜ ਕਹਿੰਦੇ ਗੁਰਬਾਣੀ ਚ ਰਾਮ ਕਹਿਣ ਮੈਂ ਭੇਦ ਹੈ, ਇਹ ਰਾਮ ਕਹਿਣ ਦੇ ਵਿੱਚ ਹੀ ਹੈ, ਵਾਹਿਗੁਰੂ ਕਹਿਣ ਦੇ ਵਿੱਚ ਹੀ ਤਾਂ ਸਾਰਾ ਕੁਛ ਆ। ਏਦਾਂ ਤਾਂ ਆਪਾਂ ਨੂੰ ਪਤਾ ਲੱਗ ਹੀ ਗਿਆ ਕਿ ਵਾਹ ਤੇ ਗੁਰੂ ਕਹਿਣਾ ਆ, ਲੇਕਿਨ ਇਹਦੇ ਜੋ ਵਿੱਚ ਆ ਉਸ ਚ ਹੀ ਤਾਂ ਸਾਰਾ ਭੇਦ ਆ, ਉਹਦੇ ਵਿੱਚ ਹੀ ਤਾਂ ਸਾਰੀ ਡੂੰਘਾਈ ਆ, ਉਹਦੇ ਵਿੱਚ ਹੀ ਤਾਂ ਹੈ ਜਿਤਨੀ ਜਿਸ ਮਨ ਦੀ ਜਿਤਨੀ ਇੱਛਾ ਹੈਗੀ ਆ ਮਿਲਾਪ ਦੀ, ਉਸ ਰਾਮ ਕਹਿਣ ਦੇ ਵਿੱਚ ਹੀ ਆਣੀ ਆ, ਉਸ ਵਾਹਿਗੁਰੂ ਕਹਿਣ ਦੇ ਵਿੱਚ ਹੀ ਆਣੀ ਆ। ਜਦੋਂ ਹਿਰਦੇ ਤੇ ਆਵਾਜ਼ ਮਾਰੂਗਾ ਵਾਹ ਗੁਰੂ, ਇਹ ਆਵਾਜ਼ ਮਾਰੂਗਾ, ਇਹ ਤੋਂ ਵੀ ਔਰ ਜ਼ਿਆਦਾ ਆਵਾਜ਼ ਮਾਰੂਗਾ। ਜਿਤਨਾ ਚਿੱਤ ਕਰ ਰਿਹਾ ਹੋਊਗਾ ਉਦਾਂ ਆਵਾਜ਼ ਮਾਰੂਗਾ, ਤਾਂ ਸਿਮਰਨ ਕਰ ਰਿਹਾ ਆ। ਤੇ ਆਓ ਬਹੁਤ ਪਿਆਰ ਦੇ ਵਿੱਚੋਂ ਨੇਤਰ ਬੰਦ ਕਰਨੇ ਆ। ਇਹ ਮਨ ਦੇ ਅਵਸਥਾ ਦੇ ਉੱਪਰ ਹੀ ਰਹਿੰਦਾ ਆ ਵੀ ਮਨ ਦਾ ਘਰ ਜਾਣ ਨੂੰ ਕਿਤਨਾ ਚਿੱਤ ਕਰ ਰਿਹਾ ਆ, ਉਹ ਉਦਾਂ ਹੀ ਆਵਾਜ਼ ਲਾਊਗਾ। ਜਿਹੜਾ ਕੇਵਲ ਥੋੜਾ ਜਿਹਾ ਗਿਆਨ ਲੈ ਕੇ ਬੈਠਾ ਆ, ਬਸ ਨਾਲੇ ਹੀ ਸੋਚੀ ਜਾ ਰਿਹਾ ਇੱਥੇ ਦੇਖ ਲਵਾਂ, ਇੱਥੇ ਸੁਣ ਲਵਾਂ। ਅਰੇ ਇਹ ਤੋਂ ਅੱਗੇ ਦੀ ਕਹਾਣੀ ਤਾਂ ਸਮਝ ਕਿ ਤੂੰ ਕਾਹਤੋਂ ਦੇਖ ਰਿਹਾ ਆ, ਕਾਹਤੋਂ ਸੁਣ ਰਿਹਾ ਆ, ਕਾਹਤੋਂ ਬੁਲਾ ਰਿਹਾ। ਤੇਰਾ ਵਿਛੋੜਾ ਹੋ ਗਿਆ, ਸਭ ਤੋਂ ਪਹਿਲੇ ਤਾਂ ਇਹ ਪਤਾ ਹੋਣਾ ਚਾਹੀਦਾ ਆ ਤੈਨੂੰ। ਤੂੰ ਕਹਿੰਦਾ ਘੰਟਾ ਹੋਣ ਵਾਲਾ ਆ, ਕਲਾਸ ਹੋ ਗਈ, ਹੱਦ ਹੋ ਗਈ। ਏਦਾਂ ਥੋੜੀ ਖੇਲ ਹੈ, ਏਦਾਂ ਥੋੜੀ ਬਣਾਈ ਆ ਮਹਾਰਾਜ ਨੇ ਖੇਲ ਗੁਰਬਾਣੀ ਚ। ਨਹੀਂ ਜੇ ਤੇਰਾ ਚਿੱਤ ਹੀ ਨਹੀਂ ਕਰ ਰਿਹਾ, ਫਿਰ ਘੰਟੇ 2 ਘੰਟੇ ਮਹਾਰਾਜ ਨੇ ਜੁਗ ਬੀਤ ਗਏ, ਇੱਕ ਹੀ ਬਾਤ ਆ। ਗੱਲ ਕੁਛ ਨਵੀਂ ਤਾਂ ਹੋਈ ਨਹੀਂ, ਕੁਛ ਨਵਾਂ ਤਾਂ ਤੂੰ ਏਦਾਂ ਦਾ ਕੀਤਾ ਨਹੀਂ ਮਾਲਿਕ ਦੇ ਲਈ। ਇਹ ਤਾਂ ਤੂੰ ਅੱਗੇ ਵੀ ਕਰਦਾ ਰਿਹਾ ਆ, ਜਿਹਨੂੰ ਸਿਆਣਪਾਂ ਦਾ ਨਾਮ ਦਿੱਤਾ ਮਹਾਰਾਜ ਨੇ।
ਮਹਾਰਾਜ ਵੇਖਦੇ ਨੀ ਵੀ ਕੀ ਤੇਰਾ ਮਿਲਣ ਨੂੰ ਚਿੱਤ ਕਰ ਰਿਹਾ ਆ। ਜੇ ਮਿਲਣ ਨੂੰ ਚਿੱਤ ਕਰ ਰਿਹਾ ਆ ਤੇ ਫਿਰ ਤਾਂ ਆਵਾਜ਼ ਲਾ ਨਾ, ਸਿੱਧੀ ਆਵਾਜ਼ ਲਾ। ਦੇਖ ਮਿਲਣ ਦੇ ਲਈ ਕਿੱਦਾਂ ਆਵਾਜ਼ ਲਾਈ ਜਾਂਦੀ ਹੈ ਕਿਸੇ ਨੂੰ, ਐ ਬਿਲਕੁਲ ਉਹਦੇ ਵੱਲ ਧਿਆਨ ਦੇ ਕੇ। ਜੇ ਮਿਲਣ ਨੂੰ ਚਿੱਤ ਕਰ ਰਿਹਾ ਆ ਤਾਂ। ਜੇ ਮਿਲਣ ਨੂੰ ਚਿੱਤ ਨਹੀਂ ਕਰ ਰਿਹਾ ਤੇ ਫਿਰ ਤਾਂ ਭਾਵੇਂ 2 ਘੰਟੇ ਬੈਠ, ਭਾਵੇਂ 10 ਘੰਟੇ ਬੈਠ, ਭਾਵੇਂ 10 ਸਾਲ ਬੈਠ, ਇੱਕ ਹੀ ਗੱਲ ਆ, ਕੋਈ ਫਰਕ ਨਹੀਂ ਉਹਦੇ ਵਿੱਚ। ਜਦ ਤੇਰਾ ਚਿੱਤ ਹੀ ਨਹੀਂ ਕਰ ਰਿਹਾ ਮਿਲਾਪ ਨੂੰ, ਜੇ ਤੇਰਾ ਮਿਲਾਪ ਨੂੰ, ਮਹਾਰਾਜ ਗੁਰਬਾਣੀ ਖੇਲ ਸਮਝਾ ਰਹੇ ਵੀ ਤੂੰ ਖੜਾ ਕਿੱਥੇ ਆ। ਇਸ ਕਰਕੇ ਮਿੰਨਤਾਂ ਕਰ। ਕੀ ਕਰ? ਮਿੰਨਤਾਂ ਕਰ ਵੀ ਮਹਾਰਾਜ ਕਿਰਪਾ ਕਰੋ। ਆਓ ਪਿਆਰ ਦੇ ਵਿੱਚੋਂ ਨੇਤਰ ਬੰਦ ਕਰਨੇ ਆ ਤੇ ਮਾਲਿਕ ਨੂੰ ਆਵਾਜ਼ ਲਾਣੀ ਆ ਮਿਲਾਪ ਦੇ ਲਈ, ਦਰ ਖੋਲਣ ਦੇ ਲਈ, ਘਰ ਜਾਣ ਦੇ ਲਈ। ਆਓ ਜੀ, ਕਰੋ ਕਿਰਪਾ, ਗੁਰੂ ਪਿਆਰਿਓ, ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੌਲੀ ਹੌਲੀ ਗੁਰੂ ਫਿਰ ਅੰਤਰਗਤ ਹੁੰਦੇ ਆ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਆਪਾਂ ਸਾਰੇ ਮਨ ਬੱਚਿਆਂ ਨੇ ਅਕਾਲ ਪੁਰਖ ਪਰਮਾਤਮਾ ਜੀ ਨੂੰ ਆਵਾਜ਼ ਲਾਣੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਨੂੰ ਮੁੱਖ ਰੱਖਦੇ ਹੋਏ ਵਿਚਾਰ ਕੀਤੀ ਆ। ਗੁਰੂ ਸਾਹਿਬਾਨ ਭਗਤ ਸਾਹਿਬਾਨ ਜੀ ਜਿਹੜੀ ਪ੍ਰੈਕਟੀਕਲ ਦੀ ਅਨੁਭਵ ਦੀ ਮਿਲਾਪ ਦੀ ਜਿਹੜੀ ਖੇਡ ਸਮਝਾ ਰਹੇ ਆ, ਜਿੰਨਾ ਕੁ ਅਕਾਲ ਪੁਰਖ ਪਰਮਾਤਮਾ ਜੀ ਨੇ ਹੰਢਾਇਆ ਆ, ਓਨੀ ਇੱਕ ਗੁਰਬਾਣੀ ਗੁਰੂ ਨੂੰ ਮੁੱਖ ਰੱਖਦੇ ਹੋਏ ਵਿਚਾਰ ਕੀਤੀ ਆ। ਕਿਉਂਕਿ ਆਪਾਂ ਉਨੇ ਕੀ ਵਿਚਾਰ ਉਨਾ ਕੀ ਆਪਾਂ ਅੱਗੇ ਭੇਜ ਦੇਣਾ ਜਿੰਨਾ ਕਿ ਹੰਢਾ ਲਿਆ, ਭਾਵੇਂ ਉਹ ਕੋਈ ਵੀ ਮਨ ਬੱਚਾ ਆ ਸੰਸਾਰ ਦੇ ਵਿੱਚੋਂ। ਇਸ ਕਰਕੇ ਆਪਾਂ ਕੱਲਾ ਗਿਆਨ ਇਕੱਠਾ ਕਰਨ ਦੇ ਵਿੱਚ ਕਿੰਨੇ ਚਿਰ ਤੋਂ ਮਨ ਬੱਚਾ ਨਿਰੰਤਰ ਇਹੀ ਪ੍ਰਯਾਸ ਕਰ ਰਿਹਾ ਹੈ, ਲੇਕਿਨ ਵਿਫਲ ਆ, ਨਹੀਂ ਅੱਗੋਂ ਜਾ ਪਾ ਰਿਹਾ। ਇਸ ਕਰਕੇ ਕਿਉਂਕਿ ਪ੍ਰੇਮ ਨਹੀਂ ਕਰ ਰਿਹਾ, ਗਿਆਨ ਇਕੱਠਾ ਕਰ ਰਿਹਾ, ਮਿੰਨਤਾਂ ਜੋਦੜੀਆਂ ਨਹੀਂ ਕਰ ਰਿਹਾ, ਹਉਮੈ ਕਰ ਰਿਹਾ ਆ। ਜਿੰਨਾ ਗਿਆਨ ਵਧ ਰਿਹਾ ਆ ਉਨੀ ਹਉਮੈ ਹੋਰ ਵਧਦੀ ਜਾ ਰਹੀ ਆ। ਲੇਕਿਨ ਖੇਲ ਉਲਟਾ ਆ, ਮਹਾਰਾਜ ਕਹਿੰਦੇ ਉਲਟਾ ਖੇਲ ਖਸਮ ਦਾ, ਉਹ ਕਹਿੰਦੇ ਉਲਟਾ ਖੇਲਿਆ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਇਹ ਵੀ ਖੇਡ ਸਮਝਾ ਦੀ ਵੀ ਪੜ੍ਹਿਆ ਹੋ ਭਾਵੇਂ ਅਨਪੜ੍ਹ ਹੋ, ਉਹ ਵੀ ਪਰਮਗਤ ਪਾ ਜਾਊਗਾ। ਇਹ ਪ੍ਰੇਮ ਦੀ ਖੇਲ ਹੈ। ਇਸ ਕਰਕੇ ਆਪਾਂ ਪ੍ਰੇਮ ਦੇ ਵਿੱਚੋਂ ਮਾਲਿਕ ਨੂੰ ਆਪਾਂ ਮਨਾਓ, ਪ੍ਰੇਮ ਦੇ ਵਿੱਚੋਂ ਆਵਾਜ਼ ਮਾਰੋ,
ਪ੍ਰੇਮ ਦੇ ਵਿੱਚ ਹੀ ਆ ਸਾਰੀ ਖੇਡ ਆ। ਤੇ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਆ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੁੱਖ ਰੱਖਦਿਆਂ ਹੋਏ ਵਿਚਾਰ ਕੀਤੀ ਆ। ਵਿਚਾਰ ਕਰਦਿਆਂ ਹੋਇਆਂ ਕੋਈ ਸ਼ਬਦ ਗੁਰਬਾਣੀ ਗੁਰੂ ਦਾ ਅੱਗੇ ਪਿੱਛੇ ਪੜਿਆ ਗਿਆ ਹੋ, ਗਲਤੀ ਹੋ ਜਾਂਦੀ ਆ। ਆਪ ਤੇ ਗੁਰੂ ਸਾਹਿਬ ਜੀ ਬਖਸ਼ਣਯੋਗ ਨੇ ਜੀ। ਬਖਸ਼ਦੇ ਨਾ ਆਓ, ਪਿਆਰ ਨਾਲ ਫਤਿਹ ਪ੍ਰਵਾਨ ਕਰੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ